ਸਿੱਖ ਚੈਨਲ ਦੇਖ ਰਹੀ ਦੇਸ਼ ਵਿਦੇਸ਼ ਦੇ ਸਰੋਤਿਆਂ ਨੂੰ ਦਾਸ ਅਮਰਿੰਦਰ ਸਿੰਘ ਦੀ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਇੱਕ ਖਾਸ ਸ਼ਖਸੀਅਤ ਨੂੰ, ਜਿਨ੍ਹਾਂ ਨੇ ਆਪਣਾ ਜਿਹੜਾ ਸਾਰਾ ਜੀਵਨ ਇਤਿਹਾਸ ਦੇ ਪੰਨਿਆਂ ਨੂੰ ਲਿਖਣ ਦੇ ਵਾਸਤੇ ਲਾ ਦਿੱਤਾ ਹੈ। ਸੋ ਉਹਨਾਂ ਸ਼ਖਸੀਅਤ ਦਾ ਨਾਮ ਹੈ ਡਾਕਟਰ ਅਮਰਜੀਤ ਕੌਰ ਜੀ ਇਬਨ ਕਲਾਂ, ਜਿਨ੍ਹਾਂ ਦੇ ਅੱਜ ਅਸੀਂ ਗ੍ਰਹਿ ਵਿਖੇ ਉਹਨਾਂ ਦੇ ਨਗਰ ਇਬਨ ਕਲਾਂ ਜਿਹੜਾ ਹੈ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਹੈ, ਅਸੀਂ ਉੱਥੇ ਪਹੁੰਚ ਚੁੱਕੇ ਹਾਂ। ਸੋ ਆਓ ਤੁਹਾਨੂੰ ਉਹਨਾਂ ਦੇ ਨਾਲ ਮੁਲਾਕਾਤ ਕਰਾਉਣ ਵਾਸਤੇ ਉਹਨਾਂ ਦੇ ਘਰ ਵਿਖੇ ਲੈ ਕੇ ਚੱਲਦੇ ਹਾਂ। ਅੱਜ ਅਸੀਂ ਜਿਵੇਂ ਪਹੁੰਚ ਚੁੱਕੇ ਹਾਂ ਡਾਕਟਰ ਬੀਬੀ ਅਮਰਜੀਤ ਕੌਰ ਜੀ ਦੇ ਗ੍ਰਹਿ ਵਿਖੇ। ਜਿਸ ਤਰ੍ਹਾਂ ਇਹਨਾਂ ਨੇ ਇਤਿਹਾਸ ਨੂੰ ਆਪਣੀ ਕਲਮ ਦੇ ਨਾਲ ਸਾਂਭ ਕੇ ਰੱਖਿਆ ਹੈ, ਕਲਮਬੰਦ ਕੀਤਾ ਹੈ, ਉਸੇ ਤਰ੍ਹਾਂ ਇਹਨਾਂ ਨੇ ਦੇਖੋ ਪੁਰਾਤਨ ਵਿਰਸਾ ਵੀ ਜਿਹੜਾ ਹੈ ਅਸੀਂ ਦੇਖ ਸਕਦੇ ਹਾਂ ਕਿ ਪੁਰਾਤਨ ਵਿਰਸੇ ਦੇ ਵਿੱਚ ਅੱਜ ਆਹ ਚੀਜ਼ਾਂ ਜਿਹੜੀਆਂ ਅਸੀਂ ਦੇਖਦੇ ਪਏ ਹਾਂ ਅਲੋਪ ਹੋ ਚੁੱਕੀਆਂ ਨੇ। ਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ, ਹੋ ਸਕਦਾ ਹੈ ਕਿ ਸ਼ਾਇਦ ਉਹਨਾਂ ਨੂੰ ਇਹਨਾਂ ਦੇ ਨਾਂ ਵੀ ਨਾ ਪਤਾ ਹੋਣ, ਸ਼ਾਇਦ ਹੋ ਸਕਦਾ ਕਈਆਂ ਦੇ ਸਾਨੂੰ ਵੀ ਨਾ ਪਤਾ ਨਹੀਂ ਹੋਣਗੇ। ਸੋ ਅਸੀਂ ਜਾਣਾਂਗੇ ਮਾਤਾ ਜੀ ਦੇ ਕੋਲੋਂ। ਜਿੱਦਾਂ ਦੇਖੋ ਆ ਘੜਾ ਕਾੜਨੀ ਪਿਆ ਹੋਇਆ ਹੈ, ਅੱਜ ਕੱਲ੍ਹ ਤਾਂ ਦੇਖੋ ਘੜਾ ਕਾੜਨੀ ਜੇਕਰ ਕਿਸੇ ਸਵਾਨੀਆਂ ਨੇ ਦੁੱਧ ਰਿੜਕਣਾ ਹੁੰਦਾ ਸੀ ਤਾਂ ਉਹ ਘੜੇ ਦੇ ਨਾਲ ਦੁੱਧ ਰਿੜਕਣਾ, ਚਾਟਣੀ ਕਾੜਨੀ ਦੇ ਨਾਲ ਤੇ ਮਧਾਣੀ ਪਾ ਕੇ ਰਿੜਕਣਾ, ਜਾਂ ਆ ਤੁਸੀਂ ਕੱਪ ਪਲੇਟਾਂ ਇਤਿਆਦਿਕ ਦੇਖਦੇ ਹੋ। ਸੋ ਕੁਝ ਚੀਜ਼ਾਂ ਵਿਸ਼ੇਸ਼ ਤੌਰ ਤੇ ਵੀ ਅਸੀਂ ਦੇਖਦੇ ਹਾਂ ਕਿ ਇਹਨਾਂ ਨੇ ਜੋ ਸਾਂਭ ਕੇ ਰੱਖੀਆਂ ਨੇ। ਪੁਰਾਤਨ ਹੀ ਸਾਰਾ ਜਿਹੜਾ ਹੈ ਥੱਲੇ ਜਿਹੜਾ ਤੁਸੀਂ ਦੇਖਦੇ ਹੋ ਕਿ ਮਧਾਣੀਆਂ ਤੇ ਘੜੋਲੀ ਵਗੈਰਾ ਰੱਖੀ ਹੈ। ਚੱਕੀ ਦੇਖੋ ਪੁਰਾਤਨ ਪਈ ਹੋਈ ਹੈ, ਅਸੀਂ ਚੱਕੀ ਦੇਖਦੇ ਪਏ ਹਾਂ। ਇਹਨੂੰ ਲੂਣਦਾਨੀ ਇਹਨੂੰ ਸ਼ਾਇਦ ਕਿਹਾ ਜਾਂਦਾ, ਲੂਣਦਾਨੀ। ਇਹ ਦਾਤ ਜਿਹਦੇ ਨਾਲ ਸਵਾਨੀ ਸਾਗ, ਅੱਜ ਕੱਲ੍ਹ ਤਾਂ ਘਰਾਂ ਦੇ ਵਿੱਚ ਸ਼ਾਇਦ ਇਹ ਵਿਰਸਾ ਜਿਹੜਾ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ। ਸੋ ਅਸੀਂ ਜਾਣਾਂਗੇ ਇਹ ਮਾਤਾ ਜੀ ਇਹਨੂੰ ਕੀ ਕਹਿੰਦੇ ਨੇ, ਇਹ ਜਿਹੜਾ ਸਟੈਂਡ ਤੁਸੀਂ ਰੱਖਿਆ ਹੋਇਆ ਹੈ। ਬੇਟੇ ਇਹਨੂੰ ਲੈਂਪ ਸਟੈਂਡ ਕਹਿੰਦੇ ਆ ਜੀ। ਲਾਲਟੈਨ ਪਹਿਲਾਂ ਨਾ ਲਾਲਟੈਨ ਜਿੱਥੇ ਇੰਨੀ ਲਾਈਟ ਦੀ ਲੋੜ ਹੈ ਉਹ ਇਹ ਲਾਲਟੈਨ। ਠੀਕ, ਇਹ ਸਟੈਂਡ ਦੇ ਨਾਲ ਇੱਥੇ ਟੰਗੀਆਂ ਜਾਂਦੀਆਂ ਹਾਂ, ਪਹਿਲੇ ਬੀਬੀਆਂ ਤੋਂ ਕਢਾਈ ਕਰਦੀਆਂ ਸੀ ਨਾ ਜੀ ਜੀ, ਉਹ ਲਾਲਟੈਨ ਇੱਥੇ ਟੰਗਦੀਆਂ ਸੀ। ਠੀਕ ਹੈ, ਇਹ ਕਲੀਲੇ ਆ। ਠੀਕ ਹੈ, ਜਿਹੜੇ ਵਿਆਹ ਦੇ ਨਵੇਂ ਜਿਹੜੇ ਸੀ ਉਹ ਪਾਏ ਜਾਂਦੇ ਕੌਡੀਆਂ ਉਹਦੇ ਕਲੀਲੇ ਆ। ਇਹ ਮੇਰੇ ਆਪਣੇ ਹੀ ਆ। ਅੱਛਾ ਅੱਛਾ, ਇਹ ਤੁਹਾਡੇ ਇਹ ਇਹਨਾਂ ਦੇ ਦੇਖੋ ਜੀ, ਇਹ ਇਹਨਾਂ ਨੇ ਆਪਣੇ ਵਿਆਹ ਦੀ ਯਾਦ ਨੂੰ ਵੀ ਨਾਲ ਸਾਂਭ ਕੇ ਰੱਖਿਆ ਹੋਇਆ ਹੈ। ਕਿ ਕਿੰਨੇ ਸਾਲ ਹੋ ਚੁੱਕੇ ਨੇ ਜੀ ਇਹਨਾਂ ਕਲੀਅਰਾਂ ਨੂੰ ਇੱਥੇ? 50 ਸਾਲ ਬਣ ਜਾਣੇ ਆ। ਹਾਂ, 50 ਕੁ ਸਾਲ। ਦੇਖੋ ਅੱਧੀ ਸੈਂਚਰੀ ਦੀ ਅਸੀਂ ਗੱਲ ਕਰ ਸਕਦੇ ਹਾਂ ਕਿ 50 ਸਾਲ ਹੋ ਚੁੱਕੇ ਨੇ। ਇਹਨਾਂ ਨੇ ਆਪਣੇ ਕਲੀਅਰਾਂ ਨੂੰ ਵੀ ਉਹ ਸਾਂਭ ਕੇ ਰੱਖਿਆ ਹੈ ਵਿਰਸੇ ਦੇ ਨਾਲ ਨਾਲ। ਤੇ ਇਹ ਬੇਟੇ ਇਹਨੂੰ ਪੀੜਾ ਕਹੀਦਾ ਜੀ ਜੀ, ਇਹ ਪੀੜਾ। ਆਹ ਜਿਹੜੀ ਤੁਸੀਂ ਦੇਖਦੇ ਪਏ, ਅਸੀਂ ਅੱਜ ਕੱਲ੍ਹ ਇਹਨੂੰ ਕੁਰਸੀ ਦਾ ਨਾਮ ਦੇ ਦਿੱਤਾ। ਇਹ ਛੋਟੇ ਲੈਵਲ ਥੱਲੇ ਬੈਠ ਕੇ ਜਿਹੜਾ ਕੋਈ ਜ਼ਿਆਦਾ ਉਚਾਈ ਤੇ ਨਹੀਂ ਬੈਠਣਾ, ਇਹ ਪੀੜਾ ਹੈ। ਤੁਸੀਂ ਦੇਖਦੇ ਦਾਜ 'ਚ ਪੀੜਾ ਦਿੱਤਾ ਜਾਂਦਾ ਸੀ ਕਿ ਜਦੋਂ ਆਈ ਆ ਵਹੁਟੀ ਨੂੰ ਪੀੜੇ ਬਹਾਲਣਾ ਕਹਿੰਦੇ, ਇੱਥੇ ਬਹਾਲਣਾ ਤੇ ਪਿੱਛੇ ਸ਼ੀਸ਼ਾ। ਕਿਹਾ ਜਾ ਸਕਦਾ ਕਿ ਸ਼ਾਇਦ ਤੋਂ ਅਸੀਂ ਇੱਥੇ ਹੀ ਆ ਕੇ ਪਹਿਲਾਂ ਬੈਠੇ ਹੋਵੋਗੇ ਜੀ। ਤੇ ਉਸੇ ਜਿਹੜਾ ਸ਼ੀਸ਼ਾ ਹੈ ਉਹਦੇ ਨਾਲ ਜੇ ਬੀਬੀ ਨੇ ਦਾਤਨ ਕੀਤੀ, ਸੱਖੀ ਲਾ, ਤੇ ਉਹ ਸ਼ੀਸ਼ਾ ਵੇਖ ਲੈ ਤੇ ਪੀੜੇ ਤੇ ਬਵੇ। ਠੀਕ ਹੈ ਜੀ। ਤੇ ਉਹਦੇ ਨਾਲ ਇਹਨੂੰ ਕਹੀਦਾ ਏ ਇਹ ਦੀਵਟ। ਇਹਨੂੰ ਇੱਥੇ ਦੀਵਾ ਰੱਖਣ ਵਾਲਾ, ਇਹਨੂੰ ਬੇਟਾ ਦੀਵਟ ਕਹੀਦਾ। ਦੀਵਟ, ਹਾਂ ਜੀ ਜੀ। ਤੇ ਉਹ ਹੈ ਜਿਹਨੂੰ ਆਪਾਂ ਰੋਟੀਆਂ ਸੰਭਾਲਣ ਵਾਸਤੇ ਮੱਖਣ, ਦਹੀਂ ਇਹ ਖੁੱਲ ਵੀ ਜਾਂਦੀ ਆ। ਠੀਕ ਹੈ ਜੀ। ਇਹ ਮਤਲਬ ਫ੍ਰਿਜ ਦਾ, ਪੁਰਾਣੀ ਫ੍ਰਿਜ ਜਿਹੜੀ ਸੀ, ਪੁਰਾਣੀ ਲੋਕਾਂ ਦੀ ਫ੍ਰਿਜ ਜਿਹੜੀ ਸੀ, ਇਹਨੂੰ ਕੀ ਕਹਿੰਦੇ ਆ ਜੀ? ਇਹਨੂੰ ਪਟਾਰੀ ਕਿਹਾ ਜਾਂਦਾ। ਠੀਕ ਹੈ, ਮੈਂ ਇੱਕ ਮਿੰਟ ਬਹਿ ਜਾ ਥੋੜਾ ਜਿਹਾ। ਹਾਂਜੀ ਹਾਂਜੀ, ਬੈਠੋ। ਹਾਂ, ਮਾਤਾ ਜੀ ਦੀ ਦੇਖਦੇ ਪਏ ਆ ਕਿ ਜਿਸ ਤਰ੍ਹਾਂ ਇਹਨਾਂ ਦੀ ਆਯੂ ਉਮਰ ਦੇ ਹਿਸਾਬ ਨਾਲ ਜਿੰਨਾ ਇਹਨਾਂ ਨੇ ਸਮਾਂ ਹੰਢਾਇਆ ਹੈ, ਸੋ 50 ਸਾਲ ਤੋਂ ਦੱਸਦੇ ਪਏ ਨੇ ਕਿ ਕਲੀਰੇ ਸਾਂਭਿਆ ਨਹੀਂ ਹੋ ਚੁੱਕੇ ਨੇ। ਸੋ ਇਤਨੀ ਬਜ਼ੁਰਗ ਅਵਸਥਾ ਦੇ ਵਿੱਚ ਵੀ ਇਹਦੇ ਚ ਕਢਾਈ ਕਰੀ ਦੀ, ਕਢਾਈ ਕਰਕੇ ਵਿੱਚ ਕੱਪੜਾ ਪਾਉਣਾ, ਕਢਾਈ ਦਾ ਸਮਾਨ, ਇਹਨੂੰ ਗੋਲਾ ਕਹੀਦਾ ਪੁਰਾਣੇ ਸਮਿਆਂ 'ਚ। ਠੀਕ ਹੈ। ਤੇ ਇਹ ਆ ਪਟਾਰੀ। ਠੀਕ ਹੈ। ਜਦੋਂ ਕੁੜੀ ਵਿਆਹੀ ਜਾਂਦੀ ਸੀ ਨਾ ਤੇ ਡੋਲੇ 'ਚ ਰੱਖ ਦਿੰਦੇ ਸੀ ਕੁਝ ਖਾਣ ਨੂੰ। ਮੰਗਦੀਆਂ ਤੇ ਕੁੜੀਆਂ ਹੈ ਨਹੀਂ ਸੀ, ਤੇ ਮਾਵਾਂ ਇਹ ਪਟਾਰੀ 'ਚ ਕੁਝ ਰੱਖ ਦਿੰਦੀਆਂ ਹੁੰਦੀਆਂ ਸੀ ਖਾਣ ਨੂੰ। ਇਹ ਡੋਲੇ 'ਚ ਪਟਾਰੀ ਰੱਖੀ ਦੀ ਸੀ ਤੇ ਉਹ ਦਰੀਆਂ ਬਣਾਉਣ ਵਾਲਾ ਹੱਥਾ ਹੈ ਪਿੱਛੇ। ਠੀਕ ਹੈ, ਇਹ ਦੇਖੋ ਜੀ। ਤੇ ਇਸ ਤਰ੍ਹਾਂ ਹੀ
ਉਹ ਪੁਰਾਣੀ ਪ੍ਰੈਸ ਪਈ ਆ ਇਹ ਇਹ ਛਿੱਕੂ ਛਿੱਕੂ ਹਾਂਜੀ ਇਹ ਵੀ ਪੁਰਾਤਨ ਹੀ ਸਾਡਾ ਹਾਂਜੀ ਹਾਂਜੀ ਡੰਗਰਾਂ ਨੂੰ ਮੇਰੇ ਖਿਆਲ ਚ ਦੇਣ ਵਾਸਤੇ ਉਹਨਾਂ ਨੂੰ ਕੋਈ ਜੜੀ ਨਾਲ ਦਿੱਤੇ ਨਾਲ ਇਹਨੂੰ ਨਾਲ ਕਹੀਦਾ ਠੀਕ ਹੈ ਜੀ ਇਹ ਸ਼ਸਤਰ ਟਾਈਪ ਨੇ ਜੀ ਹਾਂ ਬੇਟੇ ਇਹ ਸ਼ਸਤਰ ਪੁਰਾਣੇ ਘਰ 'ਚ ਸ਼ਸਤਰ ਪਏ ਸੀ ਸਾਡੇ ਠੀਕ ਹੈ ਜੀ ਹਾਂ ਇਹਨੂੰ ਸ਼ਾਇਦ ਰਾਮਜੰਗਾ ਕਹਿੰਦੇ ਆ ਇਹ ਦੇਖੋ ਜੀ ਇਹ ਪੁਰਾਤਨ ਸ਼ਸਤਰ ਹੈ ਜੀ ਸਿੱਖਾਂ ਨੇ ਪਹਿਲਾਂ ਦੇਸੀ ਸ਼ਸਤਰਾਂ ਦੇ ਨਾਲ ਹੀ ਜਦੋਂ ਆਪਣੀ ਰੱਖਿਆ ਕਰਦੇ ਹੁੰਦੇ ਸੀ ਤੇ ਜਾਂ ਜਦੋਂ ਵੀ ਉਹਨਾਂ ਨੂੰ ਜ਼ਰੂਰਤ ਪੈਣੀ ਉਹਨੂੰ ਵਰਤਣਾ ਹਾਂ ਤੁਸੀਂ ਹੋਰ ਵੀ ਇੱਥੇ ਦੇਖ ਸਕਦੇ ਹੋ ਪੁਰਾਤਨ ਇਹ ਕੱਪੜੇ ਪ੍ਰੈਸ ਕਰਨ ਵਾਲੀ ਪ੍ਰੈਸ ਕੋਲਿਆਂ ਵਾਲੀ ਪ੍ਰੈਸ ਪਈ ਆ ਹਾਂਜੀ ਆ ਦੇਖੋ ਜੀ ਅੱਜ ਕੱਲ ਤਾਂ ਵੈਸੇ ਬੜੇ ਸਾਧਨ ਸਾਡੇ ਕੋਲ ਮੌਜੂਦ ਨੇ ਆਇਰਨ ਜਿਹੜੀਆਂ ਨੇ ਆ ਲੋਹੇ ਦੀ ਪ੍ਰੈਸ ਹੈ ਜੀ ਕੋਲਿਆਂ ਦੇ ਨਾਲ ਇਹਨੂੰ ਚਲਾਇਆ ਜਾਂਦਾ ਸੀ ਕੋਲੇ ਗਰਮ ਕਰਕੇ ਇਹਦੇ ਵਿੱਚ ਪਾਏ ਜਾਂਦੇ ਸੀ ਸੋ ਅਸੀਂ ਦੇਖਦੇ ਪਏ ਹਾਂ ਕਿ ਆ ਸਾਰਾ ਚਰਖੇ ਦਾ ਅੱਟੀਆਂ ਇਹਦੇ ਉੱਪਰ ਪਾਈਆਂ ਜਾਂਦੀਆਂ ਸੀ ਰੂੰ ਦੇ ਉੱਪਰ ਪਾ ਕੇ ਤੇ ਉਹਦੇ ਧਾਗਾ ਜਿਹੜਾ ਸੀ ਬੁਣਿਆ ਜਾਂਦਾ ਸੀ ਹੋਰ ਵੀ ਅਸੀਂ ਪੁਰਾਤਨ ਉਹ ਚੰਗੇਰ ਆ ਜੀ ਜੀ ਆ ਚੰਗੇਰਾਂ ਜਿਹੜੀਆਂ ਨੇ ਪਈਆਂ ਆ ਚੰਗੇਰ ਦਾ ਮੇਰੇ ਖਿਆਲ ਢੱਕਣ ਨੇ ਸ਼ਾਇਦ ਲਗਾਉਣ ਵਾਸਤੇ ਉਹ ਛੱਜ ਆ ਜੀ ਜੀ ਤੇ ਰੋਟੀਆਂ ਰੱਖਣ ਵਾਸਤੇ ਨਾ ਜੀ ਜੀ ਤੰਦੂਰ ਦੇ ਉੱਪਰ ਜਦੋਂ ਰੋਟੀਆਂ ਲਾਈਆਂ ਜਾਂਦੀਆਂ ਸੀ ਤੇ ਉਦੋਂ ਚੰਗੇਰ ਜਿਹੜੀ ਸੀ ਵਰਤੀ ਜਾਂਦੀ ਸੋ ਅਸੀਂ ਜਿੱਦਾਂ ਦੇਖਦੇ ਪਏ ਆ ਕਿ ਜਿੱਥੇ ਇਹਨਾਂ ਨੇ ਇਤਿਹਾਸ ਦੇ ਪੰਨਿਆਂ ਨੂੰ ਵੀ ਸਾਂਭ ਕੇ ਰੱਖਿਆ ਹੈ ਉੱਥੇ ਪੁਰਾਤਨ ਵਿਰਸਾ ਜਿਹੜੀਆਂ ਚੀਜ਼ਾਂ ਅੱਜ ਅਲੋਪ ਹੁੰਦੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਨਾਂ ਅੱਜ ਸਾਨੂੰ ਨਹੀਂ ਪਤਾ ਸਾਡੇ ਵਿਰਸੇ ਦਾ ਇੱਕ ਜਿਹੜਾ ਸੀ ਉਹ ਸਾਧਨ ਰਹੇ ਨੇ ਸਾਡੇ ਵਿਰਸੇ ਦਾ ਇੱਕ ਹਿੱਸਾ ਰਹੇ ਨੇ ਅਸੀਂ ਉਹ ਵੀ ਦੇਖੀਆਂ ਆਓ ਅੱਗੇ ਵੀ ਇਹਨਾਂ ਦੇ ਜੀਵਨ ਬਾਰੇ ਵੀ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਜਿਵੇਂ ਅਸੀਂ ਦੇਖਦੇ ਪਏ ਹਾਂ ਕਿ ਇਤਿਹਾਸਕਾਰ ਡਾਕਟਰ ਬੀਬੀ ਅਮਰਜੀਤ ਕੌਰ ਜੀ ਦੇ ਅਸੀਂ ਗ੍ਰਹਿ ਵਿਖੇ ਤੁਹਾਨੂੰ ਉਹਨਾਂ ਦਾ ਘਰ ਵੀ ਦਿਖਾਉਂਦੇ ਪਏ ਹਾਂ ਕਿ ਅੱਜ ਅਸੀਂ ਜਿਵੇਂ ਦੇਖੋ ਫੇਸਬੁੱਕ ਦੇ ਉੱਪਰ WhatsApp ਦੇ ਉੱਪਰ ਅਸੀਂ ਬੜੀਆਂ ਗੱਲਾਂ ਕਰਦੇ ਹਾਂ ਕਿ ਇਤਿਹਾਸ ਇਵੇਂ ਨਹੀਂ ਇਵੇਂ ਹੋਣਾ ਚਾਹੀਦਾ ਇੱਥੇ ਆ ਨਹੀਂ ਲਿਖਿਆ ਹੋਣਾ ਚਾਹੀਦਾ ਪਰ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਜਿਹੜੀ ਹੈ ਇਸ ਪਾਸੇ ਲਾ ਦਿੱਤੀ ਹੈ ਉਹਨਾਂ ਦਾ ਜਿਹੜਾ ਅਸੀਂ ਜੀਵਨ ਆ ਉਹਨਾਂ ਦੀ ਘਾਲਣਾ ਨੂੰ ਅਸੀਂ ਸਾਂਭ ਨਹੀਂ ਸਕੇ ਅਸੀਂ ਜਿੱਦਾਂ ਦੇਖਦੇ ਪਏ ਹਾਂ ਕਿ ਆ ਦੇਖੋ ਉਹਨਾਂ ਦਾ ਘਰ ਹੈ ਤਕਰੀਬਨ 200 ਸਾਲ ਪੁਰਾਣਾ ਇਹ ਘਰ ਹੈ ਤਾਂ ਉਹਨਾਂ ਦੀਆਂ ਜੀਵਨ ਦੀਆਂ ਪ੍ਰਾਪਤੀਆਂ ਅਸੀਂ ਦੇਖਦੇ ਹਾਂ ਕਿ ਕਿਵੇਂ ਆ ਹੁਣ ਦੇ ਵਿੱਚ ਹੀ 15 ਜੁਲਾਈ 2018 ਨੂੰ ਉਹਨਾਂ ਨੂੰ ਦਿੱਲੀ ਦੇ ਵਿੱਚ ਸਿੱਖ ਬੰਧੂ ਵੈਲਫੇਅਰ ਟਰਸਟ ਵੱਲੋਂ ਜਿਹੜਾ ਸੀ ਉਹ ਬੁਲਾ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਵੱਖ-ਵੱਖ ਸਮੇਂ ਦੇ ਦੌਰਾਨ ਜਿਹੜਾ ਸੀ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਪ੍ਰਾਪਤੀਆਂ ਨੇ ਤੋ ਜਿਵੇਂ ਉਹ ਗਵਰਨਮੈਂਟ ਜੌਬ ਦੇ ਵਿੱਚ ਵੀ ਅਸੀਂ ਜਿਸ ਤਰ੍ਹਾਂ ਇਹਨਾਂ ਤੋਂ ਪੁੱਛਿਆ ਕਿ ਤੁਹਾਡੇ ਪਰਿਵਾਰ ਦਾ ਤੁਸੀਂ ਕਿਸ ਤਰ੍ਹਾਂ ਆਪਣਾ ਨਿਰਵਾਹ ਕਰਦੇ ਹੋ ਤੇ ਕਹਿੰਦੇ ਜਿਸ ਤਰ੍ਹਾਂ ਅਸੀਂ ਮੇਰੀ ਪੈਨਸ਼ਨ ਤੋਂ ਹੀ ਗੁਜ਼ਾਰਾ ਚੱਲਦਾ ਪਿਆ ਹੈ ਸੋ ਸਾਡੀ ਇਹ ਕੌਮ ਦੀ ਤਰਾਸਦੀ ਹੈ ਕਿ ਅਸੀਂ ਜੋ ਸੋਸ਼ਲ ਮੀਡੀਆ ਦੇ ਉੱਪਰ ਤਾਂ ਬਹੁਤ ਵੱਡੀਆਂ ਗੱਲਾਂ ਕਰਨ ਲੱਗ ਪੈਂਦੇ ਆ ਕਿ ਇਸ ਤਰ੍ਹਾਂ ਨਹੀਂ ਹੋਇਆ ਜਾਂ ਇਸ ਤਰ੍ਹਾਂ ਹੋਇਆ ਪਰ ਜਿਹੜੇ ਆਪਣੇ ਜੀਵਨ ਨੂੰ ਸਾਰੇ ਹੀ ਜੀਵਨ ਨੂੰ ਜਿਹੜਾ ਹੈ ਇਤਿਹਾਸ ਦੇ ਪੰਨੇ ਲਿਖਣ ਦੇ ਉੱਪਰ ਲਾ ਦਿੰਦੇ ਨੇ ਸੋ ਉਹਨਾਂ ਦੇ ਬਾਰੇ ਅਸੀਂ ਸਾਡੀ ਸਿੱਖ ਕੌਮ ਕੀ ਕਰਦੀ ਹੈ ਸਾਨੂੰ ਅੱਜ ਸੋਚਣਾ ਪਏਗਾ ਕਿ ਜੇਕਰ ਅਸੀਂ ਨਹੀਂ ਸੋਚਾਂਗੇ ਤਾਂ ਫਿਰ ਸਾਨੂੰ ਅਗਲੀ ਜਿਹੜੀ ਆਉਣ ਵਾਲੀ ਸਾਡੀ ਜਨਰੇਸ਼ਨ ਹੈ ਸੋ ਉਹਦੇ ਵਾਸਤੇ ਫਿਰ ਸਾਨੂੰ ਇਹ ਖੌਫ ਸਾਡੇ ਮਨ ਦੇ ਵਿੱਚ ਰਹੇਗਾ ਕਿ ਉਹ ਅਸੀਂ ਆਪਣੀ ਕੌਮ ਨੂੰ ਕੀ ਦੇ ਕੇ ਜਾਵਾਂਗੇ ਕਿਉਂਕਿ ਜੇਕਰ ਅਸੀਂ ਇਤਿਹਾਸਕਾਰਾਂ ਨੂੰ ਵਿਦਵਾਨਾਂ ਨੂੰ ਨਹੀਂ ਸਾਂਭਾਂਗੇ ਤਾਂ ਹੋ ਸਕਦਾ ਹੈ ਕਿ ਸਾਡੇ ਕੱਲ ਨੂੰ ਇਤਿਹਾਸ ਪੜ੍ਹਨ ਵਾਲੇ ਵੀ ਜਿਹੜੇ ਨੇ ਉਹ ਬਹੁਤੇ ਬਚਣ ਨਾ ਸੋ ਮਾਤਾ ਜੀ ਬੈਠੇ ਹੋਏ ਨੇ ਅੱਜ ਵੀ ਕੁਝ ਲਿਖਦੇ ਪਏ ਨੇ ਆਪਾਂ ਇਹਨਾਂ ਤੋਂ ਆਓ ਜਾਣਦੇ ਹਾਂ ਕਿ ਅੱਜ ਇਹ ਕੀ ਲਿਖਣਾ ਸ਼ੁਰੂ ਕਰਦੇ ਪਏ ਨੇ ਮਾਤਾ ਜੀ ਆ ਤੁਸੀਂ ਹੁਣ ਕਿਸ ਕਿਤਾਬ ਦੇ ਉੱਪਰ ਜਿਹੜਾ ਉਹ ਕੰਮ ਕਰਦੇ ਪਏ ਹੋ ਮੈਂ ਹੁਣ ਸੰਤ ਕਰਤਾਰ ਸਿੰਘ ਜੀ ਖਾਲਸਾ ਦਮਦਮੀ ਤੱਕ ਟਕਸਾਲ ਦੇ 13ਵੇਂ ਮੁਖੀ ਜੀ ਜੀ ਉਹਨਾਂ ਤੇ ਐਸਾ ਲਿਖ ਰਹੀ ਹਾਂ ਕਿਤਾਬ ਉਹਨਾਂ ਦੀ ਤੁਸੀਂ ਹੁਣ ਤੱਕ ਕਿੰਨੀਆਂ ਕੁ ਜਿਹੜੀਆਂ ਕਿਤਾਬਾਂ ਨੇ ਉਹ ਲਿਖ ਚੁੱਕੇ ਹੋ ਹੁਣ ਤੱਕ ਤਕਰੀਬਨ 17-18 ਕਿਤਾਬਾਂ ਲਿਖੀਆਂ ਗਈਆਂ ਜਿਹੜੀਆਂ ਛਪ ਚੁੱਕੀਆਂ ਠੀਕ ਹੈ ਜੀ ਤੇ ਬਾਕੀ 3-4 ਛਪਾਈ ਦੀਆਂ ਵੀ ਹੈਗੀਆਂ ਤੇ ਫਿਰ ਜਦੋਂ ਤੁਸੀਂ ਕਿਤਾਬਾਂ ਲਿਖਦੇ ਹੋ ਤੇ ਤੁਹਾਡੇ ਤੁਸੀਂ ਆਪਣੇ ਕੋਲੋਂ ਹੀ ਇਹ ਛਪਾਉਣ ਦਾ ਯਤਨ ਕਰਦੇ ਹੋ ਕਿ ਜਾਂ ਫਿਰ ਕਿਸੇ ਦੇ ਰਾਹੀਂ ਤੁਸੀਂ ਵੇਟ ਕਰਦੇ ਹੋ ਉਡੀਕ ਕਰਦੇ ਹੋ ਕਿ ਕੋਈ ਜਿਹੜਾ ਹੈ ਕੋਈ ਸਿੱਖ ਆਵੇ ਤਾਂ ਫਿਰ ਇਹਨਾਂ ਨੂੰ ਜਿਹੜਾ ਸਿੱਖ ਸੰਗਤ ਦੇ ਰੂਬਰੂ ਕੀਤਾ ਜਾ ਸਕੇ ਨਹੀਂ ਕਾਕਾ ਗੁਰੂ ਸੱਚੇ ਪਾਤਸ਼ਾਹ ਨੇ ਮੈਨੂੰ ਲਿਖਣ ਦੀ ਸਮਰੱਥਾ ਦਿੱਤੀ ਆ ਛਪਾਉਣ ਦੀ ਨਹੀਂ ਦਿੱਤੀ ਜੀ ਫਾਈਨੈਂਸ਼ਲੀ ਮੈਨੂੰ ਉਹਨਾਂ ਨੇ ਗੁਰੂ ਸਾਹਿਬ ਨੇ ਇੰਨੀ ਨਹੀਂ ਕੀਤਾ ਕਿ ਮੈਂ ਛਪਵਾ ਸਕਾਂ ਛਪਾਉਂਦੇ ਦੂਜੇ ਹੀ ਆ ਦੇਖੋ ਅਸੀਂ ਜਿੱਦਾਂ ਹੁਣੇ ਹੀ ਸੁਣਿਆ ਹੈ ਇਹਨਾਂ ਤੋਂ ਕਿ ਕਲਮ ਦੇ ਵਿੱਚ ਸਤਿਗੁਰ ਨੇ ਤਾਕਤ ਜ਼ਰੂਰ ਦੇ ਦਿੱਤੀ ਹੈ ਪਰ ਜੇਬ ਦੀ ਤਾਕਤ ਜਿਹੜੀ ਹੈ ਸਤਿਗੁਰਾਂ ਨੇ ਨਹੀਂ ਬਖਸ਼ੀ ਅਸੀਂ ਘਰ ਵੀ ਇਹਨਾਂ ਦਾ ਦੇਖਿਆ ਕਿ ਉੱਪਰ ਵੀ ਅਸੀਂ ਪਹਿਲਾਂ ਦੇਖ ਕੇ ਆਏ ਕਿ ਪੁਰਾਤਨ ਬਾਲੇ ਜਿਹੜੇ ਨੇ ਘਰ ਦੇ ਬਾਲਿਆਂ ਵਾਲੀ ਛੱਤ 200 ਸਾਲ ਪੁਰਾਣਾ
ਤਕਰੀਬਨ ਇਹ ਘਰ ਹੈ। ਸੋ ਇਸ ਘਰ ਦੇ ਵਿੱਚ ਰਹਿਣ ਸਹਿਣ ਮਾਤਾ ਜੀ ਨੇ ਆਪਣਾ ਜਿਹੜਾ ਉਹ ਰੱਖਿਆ ਹੋਇਆ ਹੈ, ਪਰ ਫਿਰ ਵੀ ਗੁਰਸਿੱਖੀ ਜੀਵਨ ਦੇ ਨਾਲ ਉਹ ਜੁੜੇ ਹੋਏ ਨੇ ਤੇ ਇਤਿਹਾਸ ਦੀਆਂ ਵਡਮੁੱਲੀਆਂ ਕਿਤਾਬਾਂ ਜਿਹੜੀਆਂ ਨੇ ਹੁਣ ਵੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਜੀਵਨ ਦੇ ਉੱਪਰ ਕਿਤਾਬ ਲਿਖਦੇ ਪਏ ਨੇ। ਸੋ ਮਾਤਾ ਜੀ ਤੁਸੀਂ ਜਿਹੜੇ ਆਪਣਾ ਫਿਰ ਪਰਿਵਾਰ ਦਾ ਨਿਰਵਾਹ ਜਿਹੜਾ ਤੁਹਾਡਾ ਉਹ ਕਿਸ ਤਰ੍ਹਾਂ ਚੱਲਦਾ ਹੈ? ਉਹ ਮੇਰੀ ਪੈਨਸ਼ਨ ਤੋਂ ਚੱਲਦਾ ਹੈ। ਜਿਹਨੂੰ ਮੇਰੀ ਸਰਕਾਰੀ ਨੌਕਰੀ ਜਿਹੜੀ ਮੇਰੀ ਪੈਨਸ਼ਨ ਆਉਂਦੀ ਆ ਜੀ, ਉਹ ਨਾਲ ਮੇਰੇ ਪਰਿਵਾਰ ਦੀ ਚੱਲ ਰਿਹਾ। ਠੀਕ ਹੈ ਜੀ। ਫਿਰ ਤੁਸੀਂ ਜਿੱਦਾਂ PhD ਤੁਸੀਂ ਕਰ ਚੁੱਕੇ ਹੋ, ਇਤਿਹਾਸਕਾਰ ਹੋ, ਫਿਰ ਤੁਹਾਨੂੰ ਜਿਹੜੇ ਤੁਹਾਡੇ ਸਟੂਡੈਂਟ ਵੀ ਕਈ ਵੱਡੇ ਵੱਡੇ ਜਿਹੜੇ ਇਤਿਹਾਸਕਾਰ ਹੋਣਗੇ ਜਿਨ੍ਹਾਂ ਨੇ PhD ਵਗੈਰਾ ਕੀਤੀ ਹੋਏਗੀ ਜਾਂ ਜੋ ਡਾਕਟਰ ਵਗੈਰਾ ਹੋਣਗੇ, ਸੋ ਉਹ ਤੁਹਾਡੀ ਜਿੱਦਾਂ ਕੋਈ ਮਦਦ ਕਰਦੇ ਆ ਕਿ ਨਹੀਂ ਕਰਦੇ ਜਾਂ? ਨਹੀਂ ਕਾਕਾ, ਇੰਜ ਨਹੀਂ ਕਦੀ ਵੀ ਹੋਇਆ। ਹਾਂ, ਇਹਨਾਂ ਜਿਹੜੀ ਕੋਈ ਰਚਨਾ ਚੰਗੀ ਲੱਗਦੀ ਆ, ਕੋਈ ਨਾ ਕੋਈ ਪਾਰਟੀ, ਜੀ ਜਿਵੇਂ ਮੇਰੀ ਤਵਾਰੀਖ ਰਾਮਗੜੀਆ ਪੁਸਤਕ ਆ, ਜੀ ਤੇ ਪਹਿਲਾਂ ਤੇ ਕਿਸੇ ਅਮੀਰ ਦੇ ਹੀ ਭੇਟਾ ਹੋ ਚੱਲੀ ਸੀ। ਠੀਕ ਹੈ ਉਹ ਆਪਣੀ ਅਮੀਰੀ 'ਚ ਹੀ ਲੈ ਚੱਲਿਆ ਸੀ। ਫਿਰ ਚਲੋ ਇੱਥੋਂ ਦੇ ਸਰ ਸੁਖਵਿੰਦਰ ਸਿੰਘ ਧੰਜਲ ਨੇ, ਹਰਿੰਦਰ ਪਦਮ ਆ, ਉਹਨਾਂ ਨੇ ਬੰਬਈ ਵਾਲੇ ਦੇ ਬੰਬਈ ਪੂਨੇ ਵਾਲੇ ਰਾਮਗੜੀਆਂ ਨਾਲ ਕੰਟੈਕਟ ਕੀਤਾ ਤੇ ਮੇਰੀ ਵੱਡ ਆਕਾਰੀ ਪੁਸਤਕ ਜਿਹੜੀ ਹੈ ਤਵਾਰੀਖ ਰਾਮਗੜੀਆਂ, ਉਹ ਹੋਂਦ ਵਿੱਚ ਆਈ। ਫਿਰ ਇਹ ਮੇਰੀ ਤਵਾਰੀਖ ਰਾਮਗੜੀਆ ਪੁਸਤਕ ਪਈ ਬੇਟੇ। ਉਹ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜੀ ਇਹਨਾਂ ਦੀ ਤਵਾਰੀਖ ਰਾਮਗੜੀਆ ਜਿਹੜੀ ਪੁਸਤਕ ਹੈ ਜਿਹੜੀ ਇਹਨਾਂ ਨੇ ਲਿਖ ਚੁੱਕੇ ਨੇ। ਸੋ ਜ਼ਿਆਦਾਤਰ ਤਾਂ ਇਹੀ ਇਤਿਹਾਸਕਾਰਾਂ ਦੀ ਸਾਡੀ ਤਰਾਸਦੀ ਬਣ ਜਾਂਦੀ ਹੈ ਜੀ। ਆਹ ਤੁਸੀਂ ਪੁਸਤਕ ਦੇਖਦੇ ਪਏ ਹੋ, ਹੱਥਲੀ ਪੁਸਤਕ ਜਿਹੜੀ ਹੈ ਤਵਾਰੀਖ ਰਾਮਗੜੀਆ ਜਿਹੜਾ ਸੀ, ਇਹ 2 ਭਾਗ ਦੇ ਵਿੱਚ ਲਿਖੀ ਹੋਈ ਹੈ। ਭਾਗ ਪਹਿਲਾ ਭਾਗ, ਇਹ 2 ਭਾਗ ਦੇ ਵਿੱਚ ਜਿਹੜੀ ਇਹ ਪੁਸਤਕ ਲਿਖੀ ਜਾ ਚੁੱਕੀ ਹੈ। ਸੋ 1469 ਤੋਂ ਲੈ ਕੇ 1947 ਤੱਕ ਦੀ ਕਿਤਾਬ ਲਿਖੀ ਗਈ ਹੈ। ਇਹਦੇ ਵਿੱਚ ਸਿਰਫ ਰਾਮਗੜੀਆ ਇਤਿਹਾਸ ਹੈ ਜੀ ਕਿ ਰਾਮਗੜੀਆ ਮਿਸਲ? ਟੋਟਲ ਰਾਮ ਭਾਈ ਲਾਲੋ ਜੀ ਤੋਂ ਲੈ ਕੇ ਨਾ ਤੇ 1947 ਤੱਕ ਹੈ। ਸਿੱਖ ਮਿਸਲ ਕਾਲ, ਭਾਈ ਇਹ ਆਪਣਾ ਸਿੱਖ ਮਤਲਬ ਕਿ ਅੰਗਰੇਜ਼ ਕਾਲ, ਜਿੰਨੇ ਵੀ ਪ੍ਰੋਮੀਨੈਂਟ ਹੋਏ ਆ, ਮਤਲਬ ਕਿ ਗੁਰਦੁਆਰਾ ਸੁਧਾਰ ਲਹਿਰਾਂ ਜੋ ਵੀ ਹੈਗਾ, ਇਹ ਟੋਟਲ ਰਾਮਗੜੀਆਂ ਦਾ ਇਤਿਹਾਸ ਆ ਜਾਂਦਾ। ਜਿੱਦਾਂ ਭਾਈ ਲਾਲੋ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੋਏ ਨੇ, ਉੱਥੋਂ ਲੈ ਕਰਕੇ ਜਿਹੜਾ ਸੀ ਫਿਰੰਦਾ ਜੀ, ਭਾਈ ਫਿਰੰਦਾ ਜੀ ਆ ਗਏ ਜਿਨ੍ਹਾਂ ਕੋਲ ਰਬਾਬ ਲਈ ਸੀ। ਇਸ ਤਰ੍ਹਾਂ ਕਰਕੇ ਕਰਦਿਆਂ ਕਰਾਉਂਦਿਆਂ ਸਾਰੇ ਇਹ ਆਉਂਦਾ ਹੈ। ਇਹਦੇ 'ਚ ਤਕਰੀਬਨ ਰਾਮਗੜੀਆਂ ਦੀ ਦੇਣ ਹੀ ਆਖੋ ਅਸੀਂ, ਜਿਹੜੀ ਪੰਥ ਨੂੰ ਦੇਣ ਆ। ਫਿਰ ਜਿਵੇਂ ਹੁਣ ਸੁਰ ਸਿੰਘ ਵਾਲੀ ਮੇਰੀ ਕਿਤਾਬ ਆ, ਤੇ ਉਹਦੇ 'ਚ ਵੀ ਸੁਰ ਸਿੰਘ ਵਾਲਿਆਂ ਨੇ ਛਪਵਾਈ ਆ। ਮਤਲਬ ਜਿਸ ਬਾਰੇ ਤੁਸੀਂ ਲਿਖਦੇ ਹੋ ਫਿਰ ਉਹ ਆਪਣੇ ਵਾਸਤੇ ਛਪਾ ਲੈਂਦੇ ਨੇ। ਕੈਰੋਂ ਵਾਲਿਆਂ ਨੇ ਛਪਾਈ, ਬੀਬੀ ਵੀਰੋ ਜੀ ਦੀ ਆ, ਉਹ ਝਬਾਲ ਵਾਲਿਆਂ ਛਪਵਾਈ। ਠੀਕ ਹੈ। ਤੇ ਇਸ ਤਰ੍ਹਾਂ ਹੀ ਗੁਰਚਰਨ ਸਿੰਘ ਗੋਲਵੜ ਜੀ ਦੀਆਂ ਵਾਰਾਂ ਦਾ ਕੀਤਾ ਸੀ ਸੰਪਾਦਨ, ਉਹ ਉਹਨਾਂ ਦੇ ਬੇਟੇ ਨੇ ਛਪਵਾਈ। ਕਹਿਣ ਤੋਂ ਭਾਵ ਕਿ ਇਸ ਤਰ੍ਹਾਂ ਜਿਹਦੇ ਕਈ ਵਾਰੀ ਫਿਰ ਅੜ ਵੀ ਜਾਈਦਾ, ਜਿੱਦਾਂ ਹੁਣ ਮੇਰੇ ਨਿਸ਼ਾਨੇ ਸਿੱਖੀ, ਜਦੋਂ ਸਿੱਖਾਂ ਨੇ ਦਿੱਲੀ ਜਿੱਤੀ, ਜਿਹੜੀ ਕਿਤਾਬ ਜਿਹੜੀ ਕਾਮਨ ਹੋ ਜਾਵੇਗੀ ਕਿ ਜਿੰਦੇ ਵਿੱਚ ਸਾਰਿਆਂ ਦੀ ਗੱਲ ਕੀਤੀ ਜਾਂਦੀ ਸਾਂਝੇ ਤੌਰ ਤੇ, ਫਿਰ ਉਹ ਛਪਾਉਣ ਵਾਸਤੇ ਕੋਈ ਵੀ ਤਿਆਰ ਨਹੀਂ ਹੋਏਗਾ ਕਿ ਸਾਡਾ ਉਹਦੇ ਵਿੱਚ ਨਾਂ ਨਹੀਂ ਆਏਗਾ। ਜਿੱਦਾਂ ਤੁਸੀਂ ਡਾਕਟਰ ਸਾਹਿਬ ਕਿਤਾਬਾਂ ਲਿਖਦੇ ਹੋ, ਫਿਰ ਕਿੰਨਾ ਕੁ ਸਮਾਂ ਤੁਸੀਂ ਇੱਕ ਕਿਤਾਬ ਵਾਸਤੇ ਦਿੰਦੇ ਹੋ? ਦਿਨ ਦੇ ਵਿੱਚ ਕਿੰਨੇ ਘੰਟੇ ਕੰਮ ਕਰਦੇ ਹੋ ਜਾਂ ਕਿੰਨਾ ਕੁ ਤੁਹਾਨੂੰ ਪੜ੍ਹਨਾ ਪੈਂਦਾ ਜੀ ਫਿਰ ਉਹਦੇ ਵਾਸਤੇ? ਕਈ ਵਾਰ ਤੇ ਕਾਕਾ ਜਿਵੇਂ ਮੈਂ ਬਾਬਾ ਵੀਰ ਸਿੰਘ ਜੀ ਦੀ ਲਿਖੀ ਸੀ, ਜੀ ਸ਼ਹੀਦ ਬਾਬਾ ਵੀਰ ਸਿੰਘ, ਨਰੰਗਾਬਾਦ। ਹਾਂ, ਜਨਮ ਉਹਨਾਂ ਦਾ ਗੱਗੋ ਬੂਆ ਤੇ ਕਰਮ ਭੂਮੀ ਉਹਨਾਂ ਦੀ ਨਰੰਗਾਬਾਦ ਹੈ। ਇਹ ਮੈਨੂੰ ਤਕਰੀਬਨ ਮੈਂ ਰਾਤ ਦਿਨ 2 ਸਾਲ ਲੱਗ ਗਏ ਸੀ ਮੈਨੂੰ। ਠੀਕ ਹੈ। ਕਿਉਂਕਿ ਬੜਾ ਵੀਰ ਮਰਗੇਸ਼ ਗ੍ਰੰਥ ਸੀਗਾ ਸਾਧ ਭਾਸ਼ਾ 'ਚ, ਉਹਦੇ ਵਿੱਚੋਂ ਕੱਢ ਕੇ ਫਿਰ ਮੈਂ ਇਹਨੂੰ ਆਪਣੀ ਸਰਲ ਭਾਸ਼ਾ 'ਚ ਲਿਖਣ ਲੱਗਿਆ। 2 ਸਾਲ ਦਾ ਸਮਾਂ ਲੱਗ ਗਿਆ ਸੀ। ਪਰ ਜਦੋਂ ਕਿਤਾਬ ਤਿਆਰ ਹੋ ਗਈ, ਸਭ ਕੁਝ ਤਿਆਰ ਹੋ ਗਿਆ, ਉਸ ਤੋਂ ਬਾਅਦ ਉਹ ਬਾਬੇ ਨੇ ਵੇਖਿਆ ਹੀ ਨਹੀਂ ਪਰਤ ਕੇ ਕਿੱਥੇ ਹੈਗੀ ਬੀਬੀ ਕਿੱਥੇ ਨਹੀਂ। ਤੋਂ ਕਿਤਾਬ ਫਿਰ ਛਪ ਚੁੱਕੀ ਸੀ ਉਹ ਵਾਲੀ? ਛਪ ਗਈ। ਉਹ ਬਾਬੇ ਵੀਰ ਸਿੰਘ ਜੀ ਦੀ ਕਿਤਾਬ ਆ, ਠੀਕ। ਬੜੀ ਅੱਛੀ ਕਿਤਾਬ ਆ। ਤੇ ਪਰ ਉਹਨੇ ਬਾਬੇ ਨੇ ਨਹੀਂ ਮੁੜ ਕੇ ਵੇਖਿਆ ਕਿ ਬੀਬੀ ਤੂੰ ਹੈਗੀ ਕਿ ਨਹੀਂ ਹੈਗੀ ਕਿਤੇ। ਹਾਂ, ਦੇਖੋ ਸਰੋਤਿਆਂ ਨੂੰ ਅਸੀਂ ਦਿਖਾਉਣਾ ਚਾਹਾਂਗੇ ਕਿ 2 ਸਾਲ ਦੀ ਮਿਹਨਤ, ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਵਿੱਚ ਅੱਜ ਅਸੀਂ ਇਤਿਹਾਸਕਾਰਾਂ ਦਾ ਮੁੱਲ ਕੀ ਪਾਉਂਦੇ ਪਏ ਆ ਕਿ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਨੂੰ ਫਿਰ ਕੋਈ ਛਪਾਉਣ ਵਾਸਤੇ ਵੀ ਤਿਆਰ ਨਹੀਂ ਹੁੰਦਾ, ਤੇ ਜਾਂ ਫਿਰ ਛਪਾਉਣ ਵਾਸਤੇ ਚਲੋ ਕਿਸੇ ਸਿੱਖ ਨੇ, ਚਲੋ ਗੁਰਦੇਵ ਸਿੰਘ ਨੇ, ਬਾਬਾ ਜੀ ਨੇ, ਉਹਨਾਂ ਨੇ ਅੰਸ਼-ਵੰਸ਼ ਦੇ ਵਿੱਚੋਂ ਨੇ ਜੀ, ਉਹ ਕਹਿ ਸਕਦੇ ਆ। ਹਾਂ, ਉਹਨਾਂ ਦੀ ਅੰਸ਼-ਵੰਸ਼ ਦੇ ਫਿਰ ਉਹ ਵੀ ਮੇਰੇ ਖਿਆਲ ਦੇ ਵਿੱਚ ਉਹ ਲੰਬੀ ਘਾਲਣਾ ਤੋਂ ਬਾਅਦ ਵਿੱਚ ਵੀ ਉਹਨਾਂ ਨੇ ਮੰਨੇ ਹੋਣਗੇ ਕਿ ਅਸੀਂ ਛਪਵਾ ਦਿੰਨੇ ਆ। ਨਾ ਜੀ ਨਾ, ਆਪੇ ਆਏ ਸੀ ਕਹਿਣ ਬੀਬੀ ਜੀ ਲਿਖੋ ਜੀ। ਤੇ ਲਿਖੀ ਵੀ।
ਉਸ ਤੋਂ ਛਾਪਣ ਦੇ ਟਾਈਮ ਦੇ ਉੱਪਰ ਹਾਂ ਵੱਡੀ ਗੱਲ ਆ, ਤੁਸੀਂ ਇਹ ਦੇਖੋ ਕਿ ਇੱਕ ਉਹਨਾਂ ਨੂੰ ਇਹੋ ਜਿਹੀ ਥਾਂ ਮਿਲ ਗਈ, ਸਾਡੀ ਇਹ ਖੋਜ ਕਰਦੇ ਆ ਕਿ ਬਾਬਾ ਵੀਰ ਸਿੰਘ ਜੀ ਦਾ ਸ਼ਹੀਦੀ ਸਥਾਨ ਉਹ ਅਸੀਂ ਲੱਭ ਕੇ ਦਿੱਤਾ ਉਹਨੂੰ। ਇਹਦਾ ਮਤਲਬ ਕਿ ਜਿੱਥੋਂ ਤੁਸੀਂ ਇਤਿਹਾਸ ਜਦੋਂ ਕਿਤਾਬਾਂ ਲਿਖਦੇ ਹੋ ਤੇ ਤੁਹਾਨੂੰ ਉਹਨਾਂ ਸਥਾਨਾਂ ਦੇ ਉੱਪਰ ਵੀ ਜਾਣਾ ਪੈਂਦਾ। ਬਿਲਕੁਲ, ਮੈਂ ਕਦੀ ਇੰਜ ਨਹੀਂ ਬਿਆ ਕਿ ਘਰੇ ਬੈਠੇ ਇਧਰੋਂ ਉਧਰੋਂ ਕਿਤਾਬਾਂ ਇਕੱਠੀਆਂ ਕੀਤੀਆਂ ਤੇ ਲਿਖ ਲਾਂ। ਜਿੱਦਾਂ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਨਵੀਨ ਇਤਿਹਾਸਕਾਰ ਜਿਹੜੇ ਨੇ ਉਹ 2-4 ਕਿਤਾਬਾਂ ਫੜਦੇ ਨੇ ਤੇ ਆਪਣੀ ਲਾਇਬ੍ਰੇਰੀ ਵਿੱਚ ਬੈਠਿਆਂ ਹੀ ਇਤਿਹਾਸ ਲਿਖ ਦਿੰਦੇ ਨੇ। ਸ਼ੀਸ਼ਿਆਂ ਦੇ ਘਰਾਂ 'ਚ ਬਹਿ ਕੇ ਕਦੀ ਇਤਿਹਾਸ ਨਹੀਂ ਲਿਖੇ ਜਾਂਦੇ। ਜਾਓ ਤੇ ਉਹਨਾਂ ਰਾਹਾਂ ਤੇ ਤੁਰਨਾ ਪੈਂਦਾ ਹੈ ਤੇ ਤੁਰੀਦਾ ਹੈ, ਫਿਰ ਲੱਭਦਾ ਬੜਾ ਕੁਛ ਆ, ਫੀਲਡ ਵਰਕ। ਤੇ ਬਾਕੀ ਵੱਡੀ ਗੱਲ ਆ, ਜਦੋਂ ਅਸੀਂ ਕਿਤੇ ਜਾਂਦੇ ਆ ਨਾ, ਇਹ ਮਿੱਟੀ ਬੋਲਦੀ ਆ। ਮਿੱਟੀ ਕਹਿੰਦੀ ਮੇਰੇ ਨਾਲ ਗੱਲਾਂ ਕਰ, ਬਸ਼ਰਤ ਉਹਦੇ ਨਾਲ ਕੋਈ ਗੱਲਾਂ ਕਰਨ ਵਾਲਾ ਹੋਵੇ। ਮਿੱਟੀ ਤੇ ਬੋਲ ਬੋਲ ਕੇ ਦੱਸਦੀ ਆ। ਜਦੋਂ ਅਸੀਂ ਕਿਤੇ ਜਾਂਦੇ ਕਿਸੇ, ਕਿਉਂਕਿ ਜਦੋਂ ਮੈਂ ਬਾਬਾ ਬੁੱਢਾ ਸਾਹਿਬ ਜੀ ਦੀ PhD ਕੀਤੀ ਹੈ ਨਾ, ਉਦੋਂ ਮੈਨੂੰ ਬਹੁਤ ਤਜਰਬਾ ਹੋਇਆ ਕਿ ਕਿਵੇਂ ਆਪ ਉਹ ਰਾਹਾਂ ਨੇ ਮੈਨੂੰ ਦੱਸਿਆ ਇਹ ਰਾਹ ਆ ਸਾਡੇ। ਮਤਲਬ ਕਿ ਤੁਹਾਡਾ ਜਿਹੜਾ ਟੌਪਿਕ ਸੀ ਉਦੋਂ PhD ਦਾ, ਉਹ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਬਾਰੇ। ਸਾਹਿਬ ਜੀ ਦਾ ਪੰਜਾਬੀ ਸਾਹਿਤ ਵਿੱਚ ਬਾਬਾ ਬੁੱਢਾ ਜੀ ਦਾ ਸਰੂਪ, ਜਿਸ ਦੇ ਦੌਰਾਨ ਫਿਰ ਮੈਨੂੰ ਤਕਰੀਬਨ ਜਿੰਨੇ ਵੀ ਧਾਰਮਿਕ ਗ੍ਰੰਥ ਹੈ ਨਾ, ਉਹਨਾਂ ਸਭ ਨੂੰ ਅਧਿਐਨ ਕਰਨ ਦਾ ਮੌਕਾ ਮਿਲਿਆ। ਉਹਨਾਂ ਵਿੱਚੋਂ ਬਾਬਾ ਬੁੱਢਾ ਜੀ ਦਾ ਇਤਿਹਾਸ ਲੱਭਣ ਦੇ ਲਈ ਥੋਰਲੀ ਜਨਮ ਸਾਖੀਆਂ ਤੋਂ ਲੈ ਕੇ ਤੇ 1915 ਤੱਕ ਛਪੀ ਇਹ ਮੰਗਲ ਸਿੰਘ ਮਾਮੂਪੁਰੀਆ ਦੀ ਜਿਹੜਾ ਗ੍ਰੰਥ ਸੀਗਾ ਜੀਵਨ ਚਰਿੱਤਰ ਬਾਬਾ ਬੁੱਢਾ ਸਾਹਿਬ ਜੀ, ਉੱਥੋਂ ਤੱਕ ਮੈਂ ਅਧਿਐਨ ਕੀਤਾ। ਫਿਰ ਜਿੰਨੀਆਂ ਵੀ ਕਿਤਾਬਾਂ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਸੀ ਤੁਸੀਂ ਉਹ ਸਾਰੀਆਂ ਦੀ ਖੋਜ ਕੀਤੀ। ਸਭ ਦਾ ਅਧਿਐਨ ਕੀਤਾ ਫਿਰ। ਤੇ ਗ੍ਰੰਥਾਂ ਦੇ ਅਧਿਐਨ ਕਰਨ 'ਚ ਫਿਰ ਇੱਕ ਨਹੀਂ, ਫਿਰ ਬਹੁਤ ਕੁਛ ਲੱਭਦਾ। ਫਿਰ ਫੀਲਡ ਵਿੱਚ ਜਾ ਕੇ ਵੀ ਬੜਾ ਕੁਛ ਲੱਭਦਾ। ਜਦੋਂ ਤੱਕ ਅਸੀਂ ਫੀਲਡ ਵਿੱਚ ਨਹੀਂ ਨਾ ਜਾਂਦੇ, ਦੇਖੋ ਉੱਥੇ ਬਜ਼ੁਰਗ ਹੁੰਦੇ ਆ, ਕਈ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਮੌਖਿਕ ਤੌਰ ਤੇ ਆਉਂਦੀਆਂ, ਸੀਨਾ ਬਸੀਨਾ ਤੁਰੀਆਂ ਆਉਂਦੀਆਂ। ਜਦੋਂ ਸੀਨਾ ਬਸੀਨਾ ਆਉਂਦੀਆਂ ਨਾ, ਉਦੋਂ ਸਾਨੂੰ ਵਿੱਚੋਂ ਬੜਾ ਕੁਛ ਲੱਭ ਜਾਂਦਾ। ਫਿਰ ਇੰਨਾ ਕਿ ਕਈ ਵਾਰੀ ਦੇਖੋ, ਇੱਕ ਵਾਰੀ ਚੀਚੀ ਦੇ ਪੋਟਾ ਫੜਿਆ ਜਾਂਦਾ, ਹੱਥ ਆਪੇ ਹੱਥ 'ਚ ਆ ਜਾਂਦਾ। ਫਿਰ ਕਈ ਵਾਰੀ ਸਾਨੂੰ ਬਜ਼ੁਰਗ ਕਈ ਵਾਰੀ ਇਹੋ ਜਿਹੀ ਗੱਲ ਦੱਸ ਜਾਂਦੇ ਆ ਨਾ, ਜਿਹੜੀ ਕਿਤੇ ਤੁਹਾਨੂੰ ਲਿਖਤ ਵਿੱਚ ਨਹੀਂ ਲੱਭੂਗੀ ਤੇ ਹੋਊਗੀ ਸੱਚ। ਜਿਵੇਂ ਸੁੱਖਾ ਸਿੰਘ ਬਾਰੇ ਮੈਂ ਕਾਫੀ ਫੀਲਡ ਵਰਕ ਕੀਤਾ, ਫਿਰ ਇਹਨਾਂ ਦੀ ਲਿਖੀ ਕਿਤਾਬ, ਤੇ ਖਾਸ ਕਰਕੇ ਬਾਬਾ ਵੀਰ ਸਿੰਘ ਲਈ ਤੇ ਮੈਂ ਬਹੁਤ ਫੀਲਡ ਵਰਕ ਕੀਤਾ। ਭਾਵੇਂ ਲੈ ਕੇ ਬਾਬੇ ਹੀ ਜਾਂਦੇ ਰਹੇ ਆ, ਆਪਣੀ ਗੱਡੀਆਂ ਤੇ ਲੈ ਕੇ ਜਾਂਦੇ ਰਹੇ ਸਭ ਕੁਛ। ਤੇ ਪਰ ਮੈਨੂੰ ਇਹ ਅਫਸੋਸ ਹੈ, ਘੱਟੋ ਘੱਟ ਧੰਨਵਾਦ ਤੇ ਕਰ ਦਿੰਦੇ। ਦੁੱਖ ਇਸੇ ਗੱਲ ਦਾ ਹੁੰਦਾ ਹੈ ਕਿ ਜਦੋਂ ਇੰਨੀ ਮਿਹਨਤ ਕੀਤੀ ਜਾਂਦੀ ਹੈ, ਦਿਨ ਰਾਤ ਉਸ ਚੀਜ਼ ਦੇ ਵਾਸਤੇ ਜਦੋਂ ਲੱਗਿਆ ਜਾਂਦਾ ਹੈ, ਤੇ ਪਰ ਦੇਖੋ ਅਸੀਂ ਕਮੈਂਟ ਕਰਨ ਲੱਗੇ ਹਾਂ ਸੋਸ਼ਲ ਮੀਡੀਆ ਦੇ ਉੱਪਰ, ਕੋਈ ਕਸਰ ਨਹੀਂ ਛੱਡਦੇ ਕਿ ਫਲਾਨਾ ਇਸ ਤਰ੍ਹਾਂ ਹੋ ਗਿਆ ਤੇ ਆ ਇਸ ਤਰ੍ਹਾਂ ਹੋ ਗਿਆ। ਪਰ ਸਾਡੀ ਕੌਮ ਦੇ ਵਾਸਤੇ ਅੱਜ ਸਾਨੂੰ ਇਹ ਸੋਚਣਾ ਪਵੇਗਾ ਕਿ ਜਿਨ੍ਹਾਂ ਸਾਰੀ ਦਿਨ ਰਾਤ ਆਪਣੀ ਮਿਹਨਤ ਕਰਦੇ ਨੇ ਤੇ ਕੌਮ ਦੀ ਝੋਲੀ ਦੇ ਵਿੱਚ ਖੋਜ ਭਰਪੂਰ ਜਿਹੜੀਆਂ ਨੇ ਉਹ ਪੁਸਤਕਾਂ ਜਿਹੜੀਆਂ ਝੋਲੀ ਦੇ ਵਿੱਚ ਪਾਉਣਾ ਕਰਦੇ ਨੇ, ਪਰ ਉਹਨਾਂ ਦੇ ਵਾਸਤੇ ਦੇਖੋ ਕਿਤਾਬ ਲਿਖਣ ਤੋਂ ਬਾਅਦ ਵਿੱਚ ਕੋਈ ਧੰਨਵਾਦ ਕਰਨ ਵਾਸਤੇ ਵੀ ਨਹੀਂ ਪਹੁੰਚੇ, ਤਾਂ ਫਿਰ ਕਿੰਨੇ ਉਹ ਮੇਰੇ ਖਿਆਲ ਦੇ ਵਿੱਚ ਤਾਂ ਬੜੀ ਮਾਯੂਸੀ ਹੁੰਦੀ ਹੋਵੇਗੀ ਕਿ ਮੈਂ ਇਹ ਕੰਮ ਦੇ ਵਿੱਚ ਕਿਸ ਤਰ੍ਹਾਂ ਪੈ ਕੇ ਜਾਂ। ਮੈਂ ਇੱਕ ਉਹਨਾਂ ਨੂੰ ਉਹ ਡੇਰਾ ਲੱਭ ਕੇ, ਤਾਂ ਬਾਬਾ ਜੀ ਦਾ ਸ਼ਹੀਦੀ ਸਥਾਨ ਸੀ ਜਿੱਥੇ ਕਮਾਈ ਵਧੀਆ ਹੋ। ਹਾਂ, ਮੈਂ ਕਹਿੰਦੀ ਹਾਂ ਉਹ 1.5 ਪੌਣੇ 2 ਕਿੱਲੇ ਵਿੱਚ ਥੇ ਆ, ਜਿਹੜਾ ਉਹਨੇ ਡੇਰਾ ਬਣਾਉਣਾ ਸ਼ੁਰੂ ਕਰਤਾ ਹੈ। ਉੱਥੇ ਘੱਟੋ ਘੱਟ 10-10 ਲੱਖ ਦੀ ਗੱਡੀ ਚੜ੍ਹਨ ਰਹੀ ਆ ਬਾਬੇ ਨੂੰ, ਬਾਬਾ ਗੁਰਦੇਵ ਸਿੰਘ ਗੱਗੋਬੂਏ ਦਾ, ਤੇ ਲੱਖਾਂ ਕਰੋੜਾਂ ਕਮਾ ਗਿਆ। ਪਰ ਬੀਬੀ ਦਾ ਧੰਨਵਾਦ ਕਰਨ ਲਈ ਉਹ ਪਹੁੰਚਾ ਨਹੀਂ। ਜਿਨ੍ਹਾਂ ਨੇ ਲੱਭ ਕੇ ਦਿੱਤਾ ਸਥਾਨ, ਉਹਨਾਂ ਦਾ ਧੰਨਵਾਦ ਵੀ ਨਹੀਂ ਕੀਤਾ ਜਾਂਦਾ। ਫਿਰ ਤੁਹਾਨੂੰ ਮਾਯੂਸੀ ਨਹੀਂ ਹੁੰਦੀ ਕਿ ਤੁਸੀਂ ਆ ਦੇਖੋ ਕਿਤਾਬਾਂ ਅਸੀਂ ਦੇਖਦੇ ਪਏ ਹਾਂ ਕਿ ਬੜੀਆਂ ਪੁਰਾਤਨ ਹਜ਼ਾਰਾਂ ਲੱਖਾਂ ਰੁਪਏ ਦੀਆਂ ਕਿਤਾਬਾਂ ਇੱਕ ਇਤਿਹਾਸਕਾਰ ਨੂੰ ਜਿਹੜੀਆਂ ਨੇ ਉਹ ਪੜ੍ਹਨੀਆਂ ਪੈਂਦੀਆਂ ਨੇ, ਕਿ ਜਦੋਂ ਕਿਸੇ ਵੀ ਕਿਤਾਬ ਨੂੰ ਲਿਖਣਾ ਹੁੰਦਾ ਹੈ ਤੇ ਉਹਦੇ ਹਰੇਕ ਸਰੋਤ ਦੇ ਵਿੱਚ ਜਿਹੜੀ ਆ ਉਹ ਨਿਗਾਹ ਮਾਰਨੀ ਪੈਂਦੀ ਹੈ ਕਿ ਕਿਸੇ ਨੇ ਕੀ ਲਿਖਿਆ, ਤੇ ਹਰੇਕ ਸਰੋਤ ਤੋਂ ਬਿਨਾਂ ਜਿਹੜਾ ਆ ਅਸੀਂ ਉਹ ਕਿਤਾਬ ਨੂੰ ਸੰਪੂਰਨ ਰੂਪ ਨਹੀਂ ਦੇ ਸਕਦੇ। ਪਰ ਮਾਯੂਸੀ ਨਹੀਂ ਕਿਤੇ ਜਾ ਕੇ ਹੁੰਦੀ ਕਿ ਸ਼ਾਇਦ ਤੁਸੀਂ ਇਹਦੇ ਨਾਲੋਂ ਤਾਂ ਕਿਸੇ ਹੋਰ ਕੰਮ ਦੇ ਵਿੱਚ ਜੁੜੇ ਹੁੰਦੇ ਤੇ ਹੋ ਸਕਦਾ ਤੁਸੀਂ ਫਾਈਨੈਂਸ਼ੀਅਲ ਤੌਰ ਤੇ ਤੁਹਾਡਾ ਘਰ ਵੀ ਵਧੀਆ ਹੋਣਾ ਸੀ, ਤੇ ਤੁਹਾਡੀ ਜਿਹੜੀ ਏਜ ਵੀ ਤੁਸੀਂ ਆਪਣੀ ਏਜ ਦੇ ਹਿਸਾਬ ਦੇ ਨਾਲ
ਆਪਣੀ ਜੀਵਨ ਦਾ ਇੱਕ ਲੰਮਾ ਪੈਂਡਾ ਜਿਹੜਾ ਹੈ ਉਹ ਤੁਸੀਂ ਸਿੱਖੀ ਨੂੰ ਸਮਰਪਣ ਕਰ ਦਿੱਤਾ। ਸ਼ਾਇਦ ਕਿਸੇ ਹੋਰ ਕੰਮ 'ਚ ਹੁੰਦੇ ਤਾਂ ਤੁਹਾਡਾ ਅੱਜ ਹਾਲਾਤ ਕੁਝ ਹੋਰ ਹੁੰਦੇ। ਸੰਤੁਸ਼ਟ ਜੇ ਤੁਸੀਂ ਇਸ ਕੰਮ ਦੇ? ਹਾਂ, ਮੈਂ ਬਹੁਤ ਸੰਤੁਸ਼ਟ ਹਾਂ। ਦੇਖੋ, ਗੁਰੂ ਨਾਲ ਜੁੜੇ ਹੁੰਨੇ ਅਸੀਂ, ਬਾਣੀ ਨਾਲ ਜੁੜੇ ਹੁੰਨੇ ਆ। ਸਾਡਾ ਇੱਕ ਇੱਕ ਜਿਹੜਾ ਸਾਹ ਹੈ ਨਾ, ਗੁਰੂ ਚਰਨਾਂ ਨਾਲ ਜੁੜਿਆ ਹੁੰਦਾ ਬੇਟੇ। ਉਦੋਂ ਹੈ ਜਦੋਂ ਅਸੀਂ ਗੁਰੂ ਨਾਲ ਜੁੜੇ, ਸਾਡੇ ਮੈਂਟਲੀ ਸਾਨੂੰ ਸੈਟਿਸਫੈਕਸ਼ਨ ਹੁੰਦੀ ਹੈ ਕਿ ਅਸੀਂ ਗੁਰੂ ਨਾਲ ਜੁੜੇ, ਅਸੀਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜੇ ਹਾਂ। ਸਿਰਫ ਅੰਦਰਲੀ ਸੰਤੁਸ਼ਟੀ ਤੁਹਾਨੂੰ ਜ਼ਰੂਰ ਮਿਲੀ ਹੈ ਇਹਦੇ ਵਿੱਚ? ਜਦੋਂ ਕੋਈ ਲੇਖ ਕੰਪਲੀਟ ਹੋ ਜਾਂਦਾ ਹੈ, ਬੜੀ ਮਨ ਨੂੰ ਖੁਸ਼ੀ ਹੁੰਦੀ ਉਦੋਂ, ਲਓ ਵੀ ਜਿੱਥੋਂ ਤੁਰੇ ਸਾਂ ਪਹੁੰਚ ਗਏ ਹਾਂ। ਵੈਸੇ ਕਈ ਕਹਿੰਦੇ ਨੇ ਇਤਿਹਾਸਕਾਰ ਕਿ ਜਿਸ ਤਰ੍ਹਾਂ ਅਸੀਂ ਖੁਸ਼ੀ ਇੰਨੀ ਹੁੰਦੀ ਹੈ ਕਿ ਜਿੰਨਾ ਮੁੰਡੇ ਵਿਆਹੇ ਜਿੰਨਾ ਚਾਅ ਚੜ ਜਾਂਦਾ ਹੈ ਕਿ ਜਦੋਂ ਕੋਈ ਆਪਾਂ ਸੰਪੂਰਨਤਾ ਕਰਦੇ ਨੇ। ਜਦੋਂ ਕੋਈ ਕਿਤਾਬ ਛਪਦੀ ਹੈ ਨਾ, ਕਾਹਲੀ ਪਈ ਹੁੰਦੀ ਨੇ ਵੇਖੀਏ, ਜਿਵੇਂ ਨਾ ਕੋਈ ਬਹੁਤ ਹੀ, ਕਿ ਜਦੋਂ ਵੇਖ ਲਓ ਨਾ ਇਹ ਛਪ ਗਈ ਹੈ ਇਹ ਉਹਦੀ, ਫਿਰ ਮਨ ਨੂੰ ਥੋੜੀ ਸ਼ਾਂਤੀ ਆਉਂਦੀ ਵੀ ਹਾਂ ਬਈ ਹਾਂ। ਇਹ ਨਾ ਇੱਕ ਲਗਨ ਹੁੰਦੀ ਆ, ਇੱਕ ਪਿਆਰ ਕਹਿ ਲਈਏ, ਇਸ਼ਕ ਹਕੀਕੀ ਪਿਆਰ ਹੈ। ਹਾਂ, ਕਿਤਾਬਾਂ ਦੇ ਨਾਲ ਵੀ ਪਿਆਰ ਕੀਤਾ ਜਾ ਸਕਦਾ, ਜ਼ਰੂਰੀ ਨਹੀਂ ਕਿ ਪਿਆਰ ਸਰੀਰਾਂ ਦੇ ਨਾਲ ਹੀ ਹੁੰਦਾ। ਹਕੀਕੀ ਇਸ਼ਕ ਆ, ਉਹ ਰੱਬ ਦੀ ਮਤਲਬ ਕਿ ਬੰਦਗੀ ਆ। ਜਿੱਦਾਂ ਅਸੀਂ ਦੇਖਦੇ ਹਾਂ ਕਿ ਇਹ ਵੀ ਇੱਕ ਬੰਦਗੀ ਦਾ ਸਾਧਨ ਹੀ ਹੈ ਕਿ ਗੁਰ ਇਤਿਹਾਸ ਨੂੰ ਜਿਹੜਾ ਹੈ ਉਹ ਵੱਖ-ਵੱਖ ਸਰੋਤਾਂ ਦੇ ਸੋਮਿਆਂ ਦੇ ਵਿੱਚੋਂ ਇਕੱਠਾ ਕਰਕੇ ਜਿਹੜਾ ਹੈ ਸੰਗਤ ਦੇ ਤੱਕ ਪਹੁੰਚਾਇਆ ਜਾਵੇ, ਤਾਂ ਕਿ ਜਿਹੜੀ ਸੰਗਤ ਨੂੰ ਪੂਰਨ ਜਾਣਕਾਰੀ ਹੈ ਗੁਰ ਇਤਿਹਾਸ ਦੀ ਉਹ ਪ੍ਰਾਪਤ ਹੋ ਸਕੇ। ਅੱਜ ਵੈਸੇ ਅਸੀਂ ਦੇਖਦੇ ਪਏ ਹਾਂ ਕਿ ਅੱਜ ਦੇ ਇਤਿਹਾਸਕਾਰ ਜਿਹੜੇ ਨੇ, ਕੁਝ ਤੁਹਾਡੇ ਵੀ ਉਹਦੇ ਵਿੱਚ ਸਟੂਡੈਂਟ ਵੀ ਹੋਣਗੇ, ਸੋ ਉਹਨਾਂ ਵੱਲੋਂ ਕੋਈ ਰਿਸਪੌਂਸ ਜਾਂ ਜਦੋਂ ਫਿਰ ਜ਼ਰੂਰਤ ਹੁੰਦੀ ਹੈ ਤੇ ਉਦੋਂ ਤੁਹਾਨੂੰ ਤਾਂ ਯਾਦ ਕਰਦੇ ਹੋਣਗੇ, ਫਿਰ ਅੱਗੇ ਪਿੱਛੇ? ਨਹੀਂ ਕਾਕਾ, ਪਤਾ ਕੀ ਆ, ਮੈਂ ਜਿਹੜੇ ਹਿਸਾਬ ਨਾਲ ਗਵਰਨਮੈਂਟ ਸਰਵਿਸ 'ਚ ਆਈ ਸਾਂ ਨਾ, ਉਹ ਵੀ ਗੁਰੂ ਦਾ ਲੱਖ ਸ਼ੁਕਰ ਸੱਚੇ ਪਾਤਸ਼ਾਹ ਨੇ ਮੈਨੂੰ ਫਰਜ਼ ਤੋਂ ਚੁੱਕਿਆ। ਅਜੇ 22ਵੇਂ 23ਵੇਂ ਸਾਲ ਸਾਂ ਜਦੋਂ ਮੇਰੇ ਹਸਬੈਂਡ ਦੀ ਐਕਸਪਾਇਰ ਹੋ ਗਈ ਸੀ। ਮੈਂ ਉਦੋਂ ਸਿਰਫ 10ਵੀਂ ਸੀਗੀ। ਉਸ ਤੋਂ ਬਾਅਦ ਮੈਂ ਗਿਆਨੀ ਕੀਤੀ, ਤੇ ਗਿਆਨੀ ਤੋਂ ਬਾਅਦ ਮੈਂ ਸਰਵਿਸ 'ਚ ਐਜ਼ ਕਲਰਕ ਸਕੂਲ 'ਚ, ਗਵਰਨਮੈਂਟ ਸਕੂਲ 'ਚ ਆ ਗਈ ਐਜ਼ ਕਲਰਕ। ਇਹਦਾ ਮਤਲਬ ਕਿ ਜਿਹੜੀ ਤੁਹਾਡੀ ਗਿਆਨੀ ਹੈ, PhD ਹੈ, ਤੁਹਾਡੀ ਮੈਰਿਡ ਲਾਈਫ ਵੈਸੇ ਗਿਣਿਆ ਜਾ ਸਕਦਾ ਕਿ ਖਤਮ ਹੋਣ ਤੋਂ ਬਾਅਦ ਹੀ ਹੈ, ਕਿਉਂਕਿ ਅੱਜ ਅਸੀਂ ਦੇਖਦੇ ਹਾਂ ਕਿ ਅੱਜ ਸਾਡਾ ਸਮਾਜ ਉਸ ਕਗਾਰ ਦੇ ਉੱਪਰ ਹੈ ਕਿ ਜਿਸ ਔਰਤ ਦਾ ਪਤੀ ਸਿਰ ਦੇ ਉੱਪਰ ਨਾ ਹੋਵੇ ਤੇ ਉਹਨੂੰ ਉਸ ਨਿਗਾਹ ਦੇ ਨਾਲ ਦੇਖਿਆ ਜਾਂਦਾ ਕਿ ਉਹ ਘਰ ਤੋਂ ਬਾਹਰ ਵੀ ਨਹੀਂ ਜਾ ਸਕਦੀ। ਉਹਨਾਂ ਹਾਲਾਤਾਂ ਦੇ ਵਿੱਚ ਅੱਜ ਤੋਂ ਤਕਰੀਬਨ 50 ਸਾਲ ਪਹਿਲਾਂ ਦੀ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਇਹ ਵਿਆਹ ਇਸ ਘਰ ਦੇ ਵਿੱਚ ਆਏ ਸਨ, ਸੋ ਅਸੀਂ ਦੇਖਦੇ ਹਾਂ ਕਿ ਉਹਨਾਂ ਹਾਲਾਤਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ, ਪਾਲਣ ਪੋਸ਼ਣ ਕਰਨਾ ਔਰ ਆਪਣੀ ਪੜ੍ਹਾਈ ਨੂੰ ਵੀ ਕੰਪਲੀਟ ਕਰਨਾ, ਔਰ ਫਿਰ ਇਸ ਲੈਵਲ ਦੇ ਉੱਪਰ ਪਹੁੰਚੇ ਹੋਏ ਨੇ ਕਿ ਸਿੱਖ ਕੌਮ ਦੀ ਝੋਲੀ ਦੇ ਵਿੱਚ ਜਿਹੜੀਆਂ ਨੇ ਉਹ ਕੋਈ 20-22 ਜਿਹੜੀਆਂ ਕਿਤਾਬਾਂ ਪਾ ਚੁੱਕੇ ਨੇ, ਤੇ ਅਜੇ ਵੀ ਉਹਨਾਂ ਦੀ ਕਲਮ ਦੇ ਵਿੱਚ ਸਤਿਗੁਰ ਨੇ ਤਾਕਤ ਦਿੱਤੀ, ਅਜੇ ਵੀ ਉਹ ਕਿਤਾਬਾਂ ਲਿਖਦੇ ਪਏ ਨੇ। ਕਾਕਾ, ਮੈਂ ਪਿੱਛਾ ਮੁੜ ਕੇ ਨਹੀਂ ਵੇਖਿਆ। ਜੇ ਮੈਂ ਤੁਰੀ, BA ਕੀਤੀ ਸੈਲਫ ਸਟੱਡੀ, MA ਪੰਜਾਬੀ ਕੀਤੀ, MA ਧਰਮ ਅਧਿਐਨ ਕੀਤੀ ਸੈਲਫ ਸਟੱਡੀ, PhD ਕੀਤੀ ਆਪਣੇ ਬਲਬੂਤੇ ਕੀਤੀ, ਆਪਣੇ ਗਾਈਡ ਲਏ ਡਾਕਟਰ ਜਸਬੀਰ ਸਿੰਘ ਜੀ। ਉਹਨਾਂ ਨੇ ਚਲੋ ਮੈਨੂੰ ਮਿਹਨਤ ਕਰਾਈ ਤੇ ਮੈਂ PhD ਕੀਤੀ ਐਜ਼ ਕਲਰਕ। ਸਾਡਾ ਸਾਰਾ ਡਿਪਾਰਟਮੈਂਟ ਹੁੰਦਾ ਸੀ, ਭੈਣ ਜੀ ਸਾਰੇ ਪੰਜਾਬ 'ਚ ਕੋਈ ਕਲਰਕ ਜਿਹੜਾ PhD ਨਹੀਂ ਹੈਗਾ ਕਿ ਤੁਸੀਂ ਜੇ। ਜਦ ਕਿ ਮੈਨੂੰ ਸਰਵਿਸ ਦੌਰਾਨ ਕੋਈ ਵੀ ਫਾਇਦਾ ਨਹੀਂ ਮਿਲਿਆ। ਕਲਰਕ ਦੇ ਲੱਗੇ ਸਾਂ, ਕਲਰਕ ਹੀ ਰਿਟਾਇਰ ਹੋ ਗਏ, ਉਹੀ ਪੈਨਸ਼ਨ ਲੈਣ ਡਏ ਆ। ਠੀਕ, ਇਹਦਾ ਮਤਲਬ ਕਿ ਤੁਸੀਂ ਟੀਚਿੰਗ ਲਾਈਨ ਦੇ ਵਿੱਚ ਨਹੀਂ ਰਹੇ, PhD ਜੇਕਰ ਕੀਤੀ ਹੈ ਤੇ ਉਹ ਕਲਰਕ ਦੀ ਜੌਬ ਦੇ ਉੱਪਰ ਰਹਿੰਦਿਆਂ ਕੀਤੀ ਆ। ਇਹ ਮੇਰੀ ਵੱਖਰਾ ਆਪਣੀ ਮੇਰੀ ਸੈਲਫ ਸੈਟਿਸਫੈਕਸ਼ਨ ਹੀ ਰਹੀ ਕਿ ਮੈਂ ਇੰਨਾ ਪੜ੍ਹ ਲਿਆ, ਮੈਂ ਡਿਗਰੀ ਲੈ ਲਈ ਆ, ਮੈਂ ਆਹ ਕੀਤਾ, ਅਦਰਵਾਈਜ਼ ਹੋਰ ਕੁਛ ਨਹੀਂ। ਜੇ ਅਸੀਂ ਆਖੀ ਨਾ ਕਿ ਮੈਨੂੰ ਕੋਈ ਫਾਈਨੈਂਸ਼ਲੀ ਉਹ ਨਹੀਂ। ਫਿਰ ਤੁਸੀਂ ਚਲੋ ਤੁਹਾਡੇ ਜੀਵਨ ਦੇ ਬਾਰੇ ਵੀ ਅਸੀਂ ਝਾਤ ਮਾਰੀ, ਬਹੁਤ ਕੁਝ ਤੁਹਾਡੇ ਜੀਵਨ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ, ਔਰ ਤੁਸੀਂ ਬੜਾ ਵਿਰਸੇ ਜਿੱਥੇ ਇਤਿਹਾਸ ਦੇ ਪੰਨਿਆਂ ਨੂੰ ਸੰਭਾਲ ਕੇ ਬੈਠੇ ਹੋ, ਕਿਉਂਕਿ ਅੱਜ ਜੇਕਰ ਇੱਕ ਇਤਿਹਾਸਕਾਰ ਤੁਰ ਜਾਂਦਾ ਹੈ ਤੇ ਸਦੀਆਂ ਦਾ ਘਾਟਾ ਜਿਹੜਾ ਹੈ ਉਹ ਕੌਮ ਨੂੰ ਪੈ ਜਾਂਦਾ ਹੈ।
ਕੌਮ ਜਿਹੜੀ ਹੈ ਕਈ ਵਾਰੀ ਇਤਿਹਾਸਕ ਪੱਖੋਂ ਜਦੋਂ ਪਿਛੜ ਜਾਂਦੀ ਹੈ, ਪਿੱਛੇ ਰਹਿ ਜਾਂਦੀ ਹੈ, ਤੇ ਉਹਨੂੰ ਬਹੁਤ ਲੰਮੇ ਜਿਹੜੇ ਦੂਰ ਦੇ ਪੈਂਡੇ ਜਿਹੜੇ ਨੇ ਉਹ ਸਹਿਣੇ ਪੈਂਦੇ ਨੇ। ਸੋ ਉਹ ਅਸੀਂ ਅੱਜ ਇਹਨਾਂ ਤੋਂ ਜਾਣਾਂਗੇ ਕਿ ਅੱਜ ਦੇ ਨਵੇਂ ਇਤਿਹਾਸਕਾਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਨੂੰ ਤੇ ਜੋ ਸ਼ੱਕ ਪੈਂਦਾ ਨਾ, ਜੋ ਮੇਰੇ ਨਾਲ ਬੱਚੇ ਇਤਿਹਾਸ ਵਾਲੇ ਪਾਸੇ ਆ ਹੀ ਨਹੀਂ ਰਹੇ। ਇਹਦਾ ਕਾਰਨ ਕੀ ਹੈ ਜੀ, ਕਿਉਂ ਨਹੀਂ ਆ ਰਹੇ ਜੀ? ਅੱਜ ਦਾ ਜਿਹੜਾ ਮਤਲਬ ਕਿ ਜੋ ਮੀਡੀਆ ਨਾ, ਇਲੈਕਟ੍ਰੋਨਿਕਸ ਯੁੱਗ ਆ, ਸਾਇੰਸ ਦਾ ਯੁੱਗ ਹੈ, ਲੋਕੀ ਡਾਕਟਰ ਬਣਨ ਵੱਲ ਜਾਂਦੇ ਆ, ਸਾਇੰਸ ਜਾਂਦੇ ਆ, M.Tech B.Tech ਹੋਰ ਕੁਛ ਡਾਕਟਰੀ ਬਣਨ ਵੱਲ ਜਾਂਦੇ, ਕੋਈ ਇਤਿਹਾਸ ਵਾਲੇ ਪਾਸੇ ਨਹੀਂ ਆਉਂਦਾ। ਜਾਂ ਕੋਈ ਸਾਡੇ 'ਚ ਕਮੀ ਆ ਤੇ ਜਾਂ ਬੱਚੇ ਦੂਜੇ ਪਾਸੇ ਜਾ ਰਹੇ ਆ। ਇੱਕ ਵਾਰ ਡਾਕਟਰ ਦਲਗੀਰ ਹੀ ਮੇਰੇ ਨਾਲ ਗੱਲ ਕਰ ਰਹੇ ਸੀ, ਮੈਨੂੰ ਕਹਿੰਦੇ ਭੈਣ ਜੀ ਇਸ ਵੇਲੇ ਘੱਟੋ ਘੱਟ 5000 ਇਤਿਹਾਸ ਦਾ ਸਟੂਡੈਂਟ ਹੋਵੇ ਤੇ ਤਾਂ ਗੱਡੀ ਚੱਲਣੀ ਆ, ਕਿਉਂਕਿ ਇੰਨਾ ਲਿਟਰੇਚਰ ਪਿਆ ਬਾਹਰ ਦੀਆਂ ਲਾਇਬ੍ਰੇਰੀਆਂ 'ਚ, ਪੰਜਾਬੀ ਸਿੱਖ ਲਿਟਰੇਚਰ, ਪੱਟ ਵਹੀਆਂ ਤੇ ਬੜਾ ਕੰਮ ਹੋਣ ਵਾਲਾ ਹੈ, ਬਹੁਤ ਕੁਛ। ਤੇ ਇੰਨੇ ਸਟੂਡੈਂਟ ਹੋਣ ਤੇ ਤਾਂ ਅੱਗੋਂ ਇਤਿਹਾਸ ਦਾ ਕੰਮ ਤੁਰਨਾ ਹੈ। ਪਰ ਦੁਖਾਨਾ ਤੇ ਮੈਨੂੰ ਲੱਗਦਾ ਹੈ, ਅਜੇ ਇਤਿਹਾਸ ਦੀ ਵੀ ਗੱਲ ਕਰੀਏ, ਤਿੰਨਾਂ ਯੂਨੀਵਰਸਿਟੀਆਂ 'ਚ ਗੁਰੂ ਨਾਨਕ ਪੰਜਾਬੀ ਤਾਂ ਗਿਣਤੀ ਦੇ ਉਂਗਲਾਂ ਤੇ ਗਿਣੇ ਜਾਣਗੇ ਇਤਿਹਾਸਕਾਰ। ਜਿੱਥੇ ਅਸੀਂ ਦੇਖਦੇ ਹਾਂ ਕਿ ਅੱਜ ਲੋੜ ਇਤਿਹਾਸ ਨੂੰ ਸਾਂਭਣ ਦੀ ਸੀ, ਤੇ ਸ਼ਾਇਦ ਕਾਰਨ ਇਹੀ ਰਿਹਾ ਕਿ ਇਤਿਹਾਸਕਾਰਾਂ ਨੂੰ ਬਣਦਾ ਸਨਮਾਨ ਜਿਹੜਾ ਸੀ ਉਹ ਦਿੱਤਾ ਨਹੀਂ ਗਿਆ ਉਹਨਾਂ ਨੂੰ। ਸਹੀ ਗੱਲ, ਸਨਮਾਨ ਵੀ ਨਹੀਂ ਦਿੱਤਾ ਗਿਆ। ਜਿੱਦਾਂ ਹੁਣ ਹਰੀ ਰਾਮ ਗੁਪਤਾ ਸੀਗੇ, ਦੇਖੋ ਕਲਪਦੇ ਮਰ ਗਏ, ਹੱਥੀਂ ਕੱਪੜੇ ਧੋਂਦੇ ਮਰ ਗਏ ਵਿਚਾਰੇ, ਉਹਨਾਂ ਨੂੰ ਨਹੀਂ ਕੌਮ ਨੇ ਸਾਂਭਿਆ। ਹਰੀ ਰਾਮ ਗੁਪਤਾ ਸਾਂਭਿਆ ਜਾਂਦਾ ਨਾ, ਉਹ ਪਤਾ ਨਹੀਂ ਕੀ ਕੁਛ ਦੇ ਜਾਂਦਾ। ਜੀ ਅਸੀਂ ਅੱਜ ਸਿੱਖ ਚੈਨਲ ਦੇ ਮਾਧਿਅਮ ਰਾਹੀਂ ਇਤਿਹਾਸਕਾਰ ਡਾਕਟਰ ਬੀਬੀ ਅਮਰਜੀਤ ਕੌਰ ਜੀ ਇਬਨ ਉਹਨਾਂ ਕੋਲ ਪਹੁੰਚੇ ਹਾਂ। ਸੋ ਅਸੀਂ ਅੱਜ ਸਾਡੀ ਇਹ ਤਰਾਸਦੀ ਨੂੰ ਸਾਂਝਾ ਕਰ ਰਹੇ ਹਾਂ ਕਿ ਸਾਡੀ ਕੌਮ ਦਾ ਇਤਿਹਾਸ ਜੇਕਰ ਅੱਜ ਸਾਡੇ ਕੋਲ ਸਹੀ ਮੂਲ ਰੂਪ ਦੇ ਵਿੱਚ ਨਹੀਂ ਪਹੁੰਚ ਰਿਹਾ, ਉਹਦੇ ਪਿੱਛੇ ਕਿਤੇ ਨਾ ਕਿਤੇ ਸਾਡਾ ਸਿੱਖਾਂ ਦਾ ਜਿਹੜਾ ਅਵੇਸਲਾਪਨ ਹੈ ਉਹੀ ਸਾਨੂੰ ਦਿਖਾਈ ਦਿੰਦਾ ਪਿਆ। ਅੱਜ ਲੋੜ ਹੈ, ਮੈਂ ਸਿੱਖ ਚੈਨਲ ਦੇ ਮਾਧਿਅਮ ਰਾਹੀਂ ਜੋ ਦੇਖਦੇ ਪਏ ਨੇ ਸਰੋਤੇ ਨੇ ਸਿੱਖ ਚੈਨਲ ਦੇ, ਉਹਨਾਂ ਨੂੰ ਬੇਨਤੀ ਜ਼ਰੂਰ ਕਰਨਾ ਚਾਹਾਂਗਾ ਕਿ ਅਜਿਹੇ ਇਤਿਹਾਸਕਾਰ ਜਿਸ ਤਰ੍ਹਾਂ ਅਸੀਂ ਡਾਕਟਰ ਬੀਬੀ ਅਮਰਜੀਤ ਕੌਰ ਜੀ ਉਹਨਾਂ ਕੋਲ ਬੈਠੇ ਹਾਂ, ਅਸੀਂ ਇਹਨਾਂ ਦੀ ਫਾਈਨੈਂਸ਼ੀਅਲ ਹਾਲਾਤ ਵੀ ਦੇਖੇ ਨੇ ਘਰ ਦੇ, ਔਰ ਘਰ ਦੇ ਵਿੱਚ ਰਹਿਣ ਸਹਿਣ ਵੀ ਦੇਖਿਆ, ਪਰ ਕੌਮ ਨੂੰ ਜੇਕਰ ਉਹਨਾਂ ਦੀ ਕਿਤਾਬਾਂ ਦੀ ਗੱਲ ਕੀਤੀ ਜਾਵੇ ਤੇ ਉਹ ਕਈ ਕਿਤਾਬਾਂ ਜਿਹੜੀਆਂ ਉਹ ਕੌਮ ਦੀ ਇਤਿਹਾਸ ਦੀ ਝੋਲੀ ਦੇ ਵਿੱਚ ਜਿਹੜੀਆਂ ਨੇ ਕੌਮ ਦੇ ਪਾਈਆਂ ਹੋਈਆਂ ਨੇ। ਸੋ ਮੈਂ ਬੇਨਤੀ ਜ਼ਰੂਰ ਕਰਾਂਗਾ ਸਿੱਖ ਚੈਨਲ ਦੇ ਮਾਧਿਅਮ ਰਾਹੀਂ ਕਿ ਸਾਡਾ ਬਣਦਾ ਸਤਿਕਾਰ ਜਿਹੜਾ ਹੈ, ਜੇਕਰ ਅਸੀਂ ਚਾਹੁੰਦੇ ਨਾ ਕਿ ਸਿੱਖੀ ਦਾ ਪ੍ਰਚਾਰ ਕਰਨਾ ਹੈ ਤੇ ਬਿਨਾਂ ਇਤਿਹਾਸ ਤੋਂ ਕੱਲਾ ਗੁਰਬਾਣੀ ਪੜ੍ਹਿਆ ਨਹੀਂ, ਗੁਰਬਾਣੀ ਸਾਡਾ ਜਿਹੜਾ ਆਧਾਰ ਹੈ, ਗੁਰਬਾਣੀ ਸਾਡੀਆਂ ਨੀਹਾਂ ਨੇ ਸਿੱਖੀ ਦੀਆਂ, ਤੇ ਜਿਹੜੇ ਸਾਡੇ ਸਿੱਖੀ ਦਾ ਕਲਸ਼ ਹੈ ਉਹ ਸਾਡਾ ਇਤਿਹਾਸ ਹੈ। ਜੇਕਰ ਇਤਿਹਾਸ ਨੂੰ ਅਸੀਂ ਭੁੱਲ ਜਾਵਾਂਗੇ ਤਾਂ ਅਸੀਂ ਇਹਨਾਂ ਕੌਮ ਦੇ ਜਿਹੜੇ ਸ਼ਹੀਦਾਂ ਨੂੰ ਵੀ ਨਾਲ ਨਾਲ ਭੁਲਾ ਦੇਵਾਂਗੇ। ਅੱਜ ਲੋੜ ਹੈ ਇਹਨਾਂ ਇਤਿਹਾਸਕਾਰਾਂ ਨੂੰ ਸਮਝਣ ਦੀ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ, ਉਹਨਾਂ ਦੀ ਮਦਦ ਕਰਨ ਦੀ, ਤੇ ਉਹਨਾਂ ਨੂੰ ਹੱਲਾਸ਼ੇਰੀ ਦੇਣ ਦੀ ਕਿ ਅਸੀਂ ਤੁਹਾਡੇ ਨਾਲ ਹਾਂ। ਸੋ ਅੰਤ ਦੇ ਵਿੱਚ ਅਸੀਂ ਇਹਨਾਂ ਤੋਂ ਕੋਈ ਕੌਮ ਦੇ ਨਾਂ 'ਤੇ ਸੰਦੇਸ਼ ਜਿਹੜਾ ਹੈ ਉਹ ਕਵਾਂਗੇ ਕਿ ਤੁਸੀਂ ਕੀ ਕੌਮ ਨੂੰ ਸੰਦੇਸ਼ ਦੇਣਾ ਚਾਹੋਗੇ ਜੀ? ਮੈਂ ਤੇ ਇਹੋ ਕਹੂੰਗੀ ਕਿ ਆਪਾਂ ਆਪਣਾ ਇਤਿਹਾਸ ਕਦੀ ਨਾ ਭੁੱਲੀਏ। ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨਾ, ਉਹ ਕੱਖਾਂ ਵਾਂਗੂ ਰੁਲ ਜਾਂਦੀਆਂ। ਜਿਨ੍ਹਾਂ ਨੂੰ ਆਪਣਾ ਵਿਰਸਾ ਯਾਦ ਨਹੀਂ ਰਹੂਗਾ, ਆਪਣੇ ਵੱਡੇ ਵਡੇਰੇ ਯਾਦ ਨਹੀਂ ਰਹਿਣਗੇ ਕਿ ਉਹਨਾਂ ਨੇ ਕਿਵੇਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਇਹ ਬੜੇ ਰੇਅਰ ਲੋਕ ਨੇ, ਬੜੇ ਵਿਰਲੇ ਕੇ ਨੇ। ਜਿਸ ਤਰ੍ਹਾਂ ਅਸੀਂ ਅੱਜ ਸੁਣਿਆ ਕਿ ਇਤਿਹਾਸ ਜੇਕਰ ਭੁੱਲ ਜਾਵਾਂਗੇ ਤਾਂ ਅਸੀਂ ਕੱਖਾਂ ਵਾਂਗੂ ਰੁੱਲ ਜਾਵਾਂਗੇ। ਸੋ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਬੀਬੀ ਅਮਰਜੀਤ ਕੌਰ ਹੋਣਾ ਦਾ, ਜਿਨ੍ਹਾਂ ਦੇ ਜੀਵਨ ਤੋਂ ਅਸੀਂ ਜਾਣੂ ਹੋਏ, ਉਹਨਾਂ ਦੀ ਘਾਲਣਾ ਨੂੰ ਦੇਖਿਆ, ਔਰ ਉਹਨਾਂ ਨੇ ਦੇਖਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਦਾ ਸਮਾਂ ਗੁਜ਼ਾਰਦਿਆਂ ਹੋਇਆਂ ਵੀ ਆਪਣੇ ਪਰਿਵਾਰ ਦੇ ਵਿੱਚ ਉਹਨਾਂ ਨੇ ਸਿੱਖੀ ਸਰੋਤਾਂ ਦੀ ਖੋਜ ਕੀਤੀ, ਤੇ ਸਿੱਖ ਪੰਥ ਦੇ ਵਾਸਤੇ ਉਹ ਜਿਹੜੇ ਸਰੋਤ ਸੀ ਇਕੱਠੇ ਕਰਕੇ ਕਿਤਾਬਾਂ ਸਿੱਖ ਧਰਮ ਦੀ, ਸਿੱਖ ਇਤਿਹਾਸ ਦੀਆਂ ਕਿਤਾਬਾਂ ਝੋਲੀ ਦੇ ਵਿੱਚ ਪਾਉਣੀਆਂ ਕੀਤੀਆਂ। ਸੋ ਬਹੁਤ ਬਹੁਤ ਧੰਨਵਾਦ ਜੀ, ਆਪ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ